ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ, ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਖਬਰ ਪੜਤਾਲ। ਰੁਕ ਕਰਾਂਗੇ ਸਿੱਧਾ ਪੰਜਾਬ ਦੀਆਂ ਖਾਸ ਮਸਲਿਆਂ ਦੇ ਵੱਲ। ਮਸਲਾ ਰਹੇਗਾ ਅੱਜ ਦੀ ਇਸ ਖਬਰ ਪੜਤਾਲ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਹੋਈ ਬੈਠਕ ਅਤੇ ਉਸ ਦੇ ਵਿੱਚੋਂ ਬੇਸਿੱਟਾ ਨਤੀਜੇ ਦੇ ਉੱਤੇ ਟਿੱਪਣੀ ਸੁਰਿੰਦਰ ਡੱਲਾ ਹੋਣਾ ਤੋਂ ਲਵਾਂਗੇ। ਕਿਸਾਨਾਂ ਦੀ ਅਗਲੀ ਰਣਨੀਤੀ ਜਾਣਾਂਗੇ ਤੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਟਵੀਟ ਨੇ ਹਲਚਲ ਮਚਾਈ ਹੈ ਤੇ ਨਾਲ ਹੀ ਹਰਸਿਮਰਤ ਕੌਰ ਅਤੇ ਨਾਲ ਹੀ ਭਗਵੰਤ ਮਾਨ ਨੇ ਦੋਹੇ ਇੱਕੋ ਸਿਆਸੀ ਕਿਸ਼ਤੀ 'ਚ ਸਵਾਰ ਹੋ ਕੇ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਨੇ, ਇਸ ਦੇ ਉੱਤੇ ਟਿੱਪਣੀ ਵੀ ਸੁਰਿੰਦਰ ਡੱਲਾ ਹੋਣਾ ਤੋਂ ਲਵਾਂਗੇ। ਪਹਿਲਾਂ ਡੱਲਾ ਹੋਣਾ ਦਾ ਸਵਾਗਤ ਕਰਾਂਗੇ, ਫਿਰ ਚਰਚਾ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦੇਖੋ, ਮੈਂ ਇਹ ਆਸ ਕਰਦਾ ਸੀ ਕਿ ਭਾਰਤ ਦੀ ਸਰਕਾਰ ਜ਼ਰੂਰ ਇਸ ਮੀਟਿੰਗ ਨੂੰ ਕਿਤੇ ਨਾ ਕਿਤੇ ਫਾਈਨਲ ਜਾਂ ਸੈਮੀ ਫਾਈਨਲ ਦੇ ਤੌਰ ਦੇ ਉੱਤੇ ਇਸ ਮੀਟਿੰਗ 'ਚ ਸ਼ਮੂਲੀਅਤ ਕਰੇਗੀ, ਕਿਉਂਕਿ ਸਾਰਿਆਂ ਨੂੰ ਪਤਾ ਹੈ ਇੰਨੀ ਜ਼ਿਆਦਾ ਸਰਦੀ ਹੈ। 70 ਦੇ ਕਰੀਬ ਕਿਸਾਨ ਦੁਨੀਆ ਤੋਂ ਚਲੇ ਗਏ ਨੇ, ਸ਼ਹੀਦ ਹੋ ਗਏ ਨੇ। ਲਗਾਤਾਰ ਕਿਸਾਨ ਠੰਡ 'ਚ, ਬਰਸਾਤ 'ਚ ਦਿੱਲੀ 'ਚ ਬੈਠੇ ਨੇ। ਔਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸੀ ਕਿ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਰੁੱਖ ਨਰਮ ਕਰੂਗੀ, ਦਿਲ ਨਰਮ ਬਣਾਊਗੀ ਔਰ ਭਾਵਨਾਤਮਕ ਰੂਪ 'ਚ ਕਿਸਾਨਾਂ ਦੀਆਂ ਮਜਬੂਰੀਆਂ, ਦਿੱਕਤਾਂ ਸਮਝਦੀ ਹੋਈ ਕਿਸੇ ਨਤੀਜੇ 'ਤੇ ਕੱਲ੍ਹ ਦੀ ਮੀਟਿੰਗ ਨੂੰ ਲੈ ਕੇ ਜਾਏਗੀ। ਕਿਉਂਕਿ ਜਿਸ ਤੇਜ਼ੀ ਦੇ ਨਾਲ ਪਹਿਲਾਂ ਮੀਟਿੰਗਾਂ ਕੀਤੀਆਂ ਗਈਆਂ, ਪੰਜਾਬ ਬੀਜੇਪੀ ਦੇ ਲੀਡਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ, ਰਾਜਨਾਥ ਸਿੰਘ ਨਾਲ ਮੀਟਿੰਗ ਹੋਈ, ਨਰਿੰਦਰ ਤੋਮਰ ਦੀ, ਅਮਿਤ ਸ਼ਾਹ ਨਾਲ ਮੀਟਿੰਗਾਂ ਹੋਈਆਂ, ਸੋ ਲੱਗ ਰਿਹਾ ਸੀ ਕਿ ਸਰਕਾਰ ਕੋਈ ਨਾ ਕੋਈ ਪ੍ਰਸਤਾਵ ਜਾਂ ਕੋਈ ਫਾਰਮੂਲਾ ਜਾਂ ਕੋਈ ਸੁਝਾਅ ਦੇ ਸਕਦੀ ਹੈ। ਇਹ ਵੀ ਗੱਲ ਤੁਰੀ ਸੀ ਕਿ ਸਰਕਾਰ ਇਹ ਵੀ ਕਹਿ ਸਕਦੀ ਹੈ ਕਿ ਇਹ ਸੂਬਿਆਂ 'ਤੇ ਵੀ ਅਸੀਂ ਛੱਡ ਸਕਦੇ ਹਾਂ ਕਿ ਸੂਬੇ ਕਿਵੇਂ ਨਿਰਭਰ ਕਰਦੇ ਨੇ। ਪਰ ਮੀਟਿੰਗ 'ਚ ਅਜਿਹਾ ਕੁਝ ਨਹੀਂ ਹੋਇਆ। ਔਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਣਾ ਨੇ ਜਿਵੇਂ ਬਾਹਰ ਆ ਕੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਕਿਸਾਨ ਕਾਨੂੰਨ ਦੇ ਸੋਧਾਂ ਦੇ ਉੱਤੇ ਸਾਡੇ ਨਾਲ ਵਿਚਾਰ ਕਰਨ, ਜਦ ਕਿ ਕਿਸਾਨ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੇ ਸੀ ਗਗਨ। ਜਦੋਂ 29 ਤਰੀਕ ਨੂੰ ਕਿਸਾਨਾਂ ਨੇ ਮੀਟਿੰਗ ਦਾ ਪ੍ਰਸਤਾਵ ਭੇਜਿਆ ਸੀ, ਉਹਨਾਂ ਨੇ ਉਸੇ ਦਿਨ ਹੀ ਕਹਿਤਾ ਸੀ ਵੀ ਅਸੀਂ ਗੱਲਬਾਤ ਕਰਾਂਗੇ ਕਾਨੂੰਨਾਂ ਨੂੰ ਖਤਮ ਕਰਨ ਦੀ ਪ੍ਰਕਿਰਿਆ ਉੱਤੇ ਔਰ ਅਸੀਂ ਗੱਲਬਾਤ ਕਰਾਂਗੇ MSP ਦੇ ਕਾਨੂੰਨ ਨੂੰ ਬਣਾਉਣ ਦੇ ਉੱਤੇ। ਹੁਣ ਅੱਜ ਦੀ ਮੀਟਿੰਗ ਤੋਂ, ਕੱਲ੍ਹ ਦੀ ਮੀਟਿੰਗ ਤੋਂ ਇਹ ਸਪਸ਼ਟ ਹੋ ਗਿਆ ਗਗਨ ਕਿ ਸਰਕਾਰ ਹਾਲ ਦੀ ਘੜੀ ਬਿਲਕੁਲ ਤਿਆਰ ਨਹੀਂ ਹੈ ਕਿ ਉਹ 3 ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਸਰਕਾਰ MSP 'ਤੇ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈ। ਔਰ ਸਰਕਾਰ ਨੇ ਮੰਤਰੀ ਬਾਹਰ ਆ ਕੇ ਕਹਿੰਦੇ ਨੇ ਕਿ ਕਿਸਾਨਾਂ 'ਤੇ ਸਾਡੀ ਸਹਿਮਤੀ ਬਣੀ ਹੈ ਕਿ ਅਗਲੀ ਮੀਟਿੰਗ 15 ਨੂੰ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਕਿਸਾਨਾਂ ਨੇ ਅੰਦਰ ਕਿਵੇਂ ਸਹਿਮਤੀ ਦੇਤੀ ਵੀ ਮੀਟਿੰਗ 15 ਨੂੰ। ਮੈਨੂੰ ਲੱਗਦਾ ਇਹ ਸਰਕਾਰ ਹੀ ਆਪਣੇ ਵੱਲੋਂ ਕਹਿ ਦਿੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਸਹਿਮਤੀ ਬਣਾ ਲਈ ਤੇ ਅਗਲੀ ਮੀਟਿੰਗ 15 ਨੂੰ ਹੈ। ਹੁਣ 8 ਜਨਵਰੀ ਤੋਂ ਬਾਅਦ 15 ਦੀ ਮੀਟਿੰਗ 'ਚ 7 ਦਿਨ ਹੈ। ਸੋ 7 ਦਿਨ ਸਰਕਾਰ ਨੂੰ ਕਿਸ ਕੰਮ ਲਈ ਚਾਹੀਦੇ ਨੇ? ਸਰਕਾਰ ਕਹਿੰਦੀ ਹੁਣ ਅਸੀਂ ਜਦੋਂ 15 ਤਰੀਕ ਨੂੰ ਬੈਠਾਂਗੇ ਫਿਰ ਇਹਨਾਂ ਬਿੰਦੂਆਂ 'ਤੇ ਗੱਲਬਾਤ ਕਰਾਂਗੇ। ਭਾਵ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਿ ਸਰਕਾਰ ਦੀ, ਦੇਖੋ ਕੋਈ ਵੀ ਸਰਕਾਰ ਹੋਵੇ, ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਵੇ, ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਖ਼ਤਮ ਕਰਾਇਆ ਜਾਵੇ। ਔਰ ਸ਼ੁਰੂ ਤੋਂ ਹੀ ਦੇਖੋ 8 ਮੀਟਿੰਗਾਂ ਹੋ ਚੁੱਕੀਆਂ ਨੇ ਹੁਣ ਤੱਕ। ਕਦੀ ਵੀ ਇੱਕ ਅੱਧੀ ਮੀਟਿੰਗ ਛੱਡ ਕੇ ਗਗਨ, 1-2 ਮੀਟਿੰਗਾਂ ਛੱਡ ਕੇ ਮੈਨੂੰ ਇਹ ਮੀਟਿੰਗਾਂ ਬਹੁਤ ਗੰਭੀਰਤਾਪੂਰਵਕ ਨਹੀਂ ਲੱਗੀਆਂ। 2-2 ਵਜੇ ਮੀਟਿੰਗ ਰੱਖੀ ਜਾਂਦੀ ਹੈ ਔਰ ਅਗਰ ਅੱਜ ਕੋਈ ਨਤੀਜੇ 'ਤੇ ਕੰਮ ਨਹੀਂ ਪਹੁੰਚਿਆ ਤੇ ਹਰ ਰੋਜ਼ ਮੀਟਿੰਗ ਕਿਉਂ ਨਹੀਂ ਰੱਖੀ ਜਾਂਦੀ? ਮੈਂ ਵਾਰ-ਵਾਰ ਕਹਿ ਰਿਹਾ ਗਗਨ, ਇਹ ਗੱਲ ਟਾਲ ਮਟੋਲ ਵਾਲੀ ਵੀ ਕਿਤੇ ਹੁੰਦੀ ਹੈ। ਸੋ ਹੁਣ ਕਿਸਾਨ ਨੇ ਜਿਹੜੇ, ਕਿਸਾਨ ਵੀ ਅਗਲੇ 1 ਦਿਨ ਤੱਕ ਹੁਣ ਮੀਟਿੰਗ ਕਰਨਗੇ। ਹੋ ਸਕਦਾ ਕਿਸਾਨ ਅੱਜ ਮੀਟਿੰਗ ਕਰਨ, ਹੋ ਸਕਦਾ ਕਿਸਾਨ ਕੱਲ੍ਹ ਮੀਟਿੰਗ ਕਰਨ। ਹਾਲਾਂਕਿ ਦੇਸ਼ ਭਰ 'ਚ ਜਿਹੜਾ ਪ੍ਰੋਟੈਸਟ ਪ੍ਰਦਰਸ਼ਨਾਂ ਦਾ ਐਲਾਨ ਹੈ ਕਿਸਾਨਾਂ ਨੇ ਪਹਿਲਾਂ ਹੀ ਕੀਤਾ ਹੋਇਆ ਔਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਕਿਸਾਨਾਂ ਨੇ ਉੱਥੋਂ ਹਿੱਲਣਾ ਨਹੀਂ ਹੈ ਗਗਨ। ਕਿਸਾਨਾਂ ਦਾ ਜਜ਼ਬਾ, ਕਿਸਾਨਾਂ ਦਾ ਹੌਸਲਾ ਦੇਖ ਕੇ ਮੈਂ ਕਹਿ ਸਕਦਾ ਕਿ ਕਿਸਾਨ ਉੱਥੋਂ ਹਿੱਲਦੇ ਨਹੀਂ ਹੈ। ਜਿੱਡੀ ਮਜ਼ਬੂਤੀ ਦੇ ਨਾਲ ਉੱਥੇ ਗਗਨ ਕਿਸਾਨ ਬੈਠੇ ਨੇ, ਉਹ ਇਸ ਅੰਦੋਲਨ ਨੂੰ ਮੁਕਾਮ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਔਰ ਅੱਜ ਮੀਟਿੰਗ ਦੇ ਵਿੱਚ ਵੀ ਕਿਸਾਨਾਂ ਨੇ ਜਿਹੜੀਆਂ ਤਖਤੀਆਂ ਵੀ ਲਿਖ ਕੇ ਲਾਈਆਂ, ਉਹ ਮਨ ਨੂੰ ਬੜਾ ਦੁਖੀ ਕਰਨ ਵਾਲੀਆਂ ਸੀ। ਕਿਸਾਨਾਂ ਨੇ ਜਿਹੜੇ ਸੁਨੇਹੇ ਲਾਏ ਨੇ, ਅਗਰ ਉਹਨੂੰ ਹਿੰਦੀ 'ਚ ਟਰਾਂਸਲੇਟ ਕਰਾ ਕੇ ਸਾਡੇ ਮੰਤਰੀ ਪੜ੍ਹਨ, ਕਿਸਾਨਾਂ ਨੇ ਉੱਥੇ ਲਿਖਿਆ ਅੰਦਰ, ਜਾਂ ਮਰਾਂਗੇ ਜਾਂ ਜਿੱਤਾਂਗੇ। ਭਾਵ ਇਹ ਸ਼ਬਦ ਉਸੇ ਵੇਲੇ ਕੋਈ ਲਿਖਿਆ ਜਾਂਦਾ ਹੈ ਜਦੋਂ ਕੋਈ ਹੋਰ ਰਸਤਾ ਅੰਦੋਲਨਕਾਰੀ ਨੂੰ ਨਹੀਂ ਦਿਖਦਾ। ਸੋ ਕਿਸਾਨਾਂ ਨੂੰ ਹੋਰ ਕੋਈ ਰਸਤਾ ਨਹੀਂ ਦਿਖਦਾ ਸਿਵਾਏ ਇਸ ਤੋਂ ਕਿ ਕਾਨੂੰਨ ਰੱਦ ਕੀਤੇ ਜਾਣ। ਸੋ ਗੱਲ ਕੇਂਦਰ ਦੀ ਹੈ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਦਿੱਕਤਾਂ, ਕਿਸਾਨਾਂ ਦੀਆਂ ਮਜਬੂਰੀਆਂ ਸਮਝਦੇ ਹੋਏ
ਨਰਮੀ ਦਾ ਰੁਖ ਹੈ ਜਿਹੜਾ ਅਪਣਾਉਣਾ ਚਾਹੀਦਾ ਸੀ। ਸੋ ਬੇहद ਅਫਸੋਸਜਨਕ ਕੱਲ ਦਾ ਦਿਨ ਰਿਹਾ। ਮੈਂ ਕਹਿ ਸਕਦਾ ਕਿ ਕੱਲ ਦਾ ਦਿਨ ਬਹੁਤ ਅਫਸੋਸਜਨਕ ਰਿਹਾ। ਗਗਨ, ਇੰਨੀ ਜ਼ਿਆਦਾ ਤਾਂ ਕਾਂਗਰਸ ਵੀ ਨਹੀਂ ਸੀ ਅੜੀ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਸੀ। ਦੇਖੋ, ਇੱਕ ਵੇਲੇ ਤੇ ਆ ਕੇ ਕਾਂਗਰਸ ਨੇ ਵੀ ਆਪਣਾ ਰੁਖ ਨਰਮ ਕੀਤਾ ਸੀ ਤੇ ਬਾਅਦ ਦੇ ਵਿੱਚ ਅੰਦੋਲਨ ਦੇ ਜ਼ਰੀਏ ਗੱਲਬਾਤ ਦੇ ਨਾਲ ਅੰਨਾ ਹਜ਼ਾਰੇ ਦਾ ਅੰਦੋਲਨ ਹੈ ਜਿਹੜਾ ਉਹ ਖਤਮ ਹੋਇਆ ਸੀ। ਸੋ ਇਹ ਬਹੁਤ ਜ਼ਿਆਦਾ ਸਰਕਾਰ ਦਾ ਰੁਖ ਕੜਾ ਹੈ। ਇੰਨਾ ਕੜਾ ਰੁਖ ਸਰਕਾਰ ਦਾ ਨਹੀਂ ਚਾਹੀਦਾ। ਬਾਕੀ ਹੁਣ ਤੈਅ ਗਗਨ ਕਿਸਾਨਾਂ ਨੇ ਕਰਨਾ ਹੈ ਕਿ ਕਿਸਾਨ ਅਗਲੀ ਮੀਟਿੰਗ ਹੋ ਸਕਦਾ ਅੱਜ ਹੀ ਕਰ ਲੈਣ, ਹੋ ਸਕਦਾ ਕੱਲ੍ਹ ਕਰਨ। ਦੇਖੋ, ਹੁਣ ਕਿਸਾਨਾਂ ਨੂੰ ਆਪਣਾ ਜਿਹੜਾ ਅੰਦੋਲਨ ਹੈ ਇਹਨੂੰ ਅੱਗੇ ਵਧਾਉਣ ਲਈ ਸੁਚਾਰੂ ਰੂਪ ਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅੱਗੇ ਵਧਣਾ ਪਊਗਾ। ਇੱਕ ਤਾਂ ਕਿਸਾਨਾਂ ਨੂੰ ਹਜੇ ਵੀ ਇਸ ਆਸ 'ਚ ਅੰਦੋਲਨ ਕਰਨਾ ਪੈਣਾ ਕਿ ਦੇਰ ਸਵੇਰ ਅਸੀਂ ਆਪਣੀ ਹੀ ਸਰਕਾਰ ਨੂੰ ਮਨਾ ਲਵਾਂਗੇ। ਇਸ ਮਨਸ਼ਾ ਦੇ ਨਾਲ ਕਿਸਾਨਾਂ ਨੂੰ ਅੰਦੋਲਨ ਕਰਨਾ ਪੈਣਾ ਹੈ। ਔਰ ਜਦੋਂ ਮੀਟਿੰਗ ਤੋਂ ਕਿਸਾਨ ਆਗੂ ਆਏ ਗਗਨ, ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ, ਜਿਹੜੇ ਕਿਸਾਨ ਆਗੂ ਮੀਟਿੰਗ 'ਚੋਂ ਆਏ, ਉਹ ਬੇਹੱਦ ਨਿਰਾਸ਼ਾਜਨਕ ਗੱਲਾਂ ਜਿਹੜੀਆਂ ਨੇ ਮੈਨੂੰ ਉਹ ਸੁਣਨ ਨੂੰ ਮਿਲੀਆਂ। ਹਾਲਾਂਕਿ ਕਿਸਾਨ ਪੂਰੀ ਚੜ੍ਹਦੀ ਕਲਾ 'ਚ ਨੇ, ਪੂਰੇ ਹੌਸਲੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਮੀਟਿੰਗ 'ਚ ਗਏ ਸੀ। ਪਰ ਕਿਸਾਨਾਂ ਦੇ ਨਾਲ ਅੰਦਰ ਜਿਹੋ ਜਿਹਾ ਵਰਤਾਅ ਹੋਇਆ, ਜੋ ਕੁਝ ਗੱਲਾਂ ਹੋਈਆਂ ਨੇ, ਮੈਂ ਚਾਹੂੰਗਾ ਕਿ ਇੱਕ ਵਾਰੀ ਜਿਹੜੇ ਮੁੱਖ ਸਾਡੇ ਕਿਸਾਨ ਆਗੂ ਨੇ ਉਹਨਾਂ ਦੀਆਂ ਮੁੱਖ ਗੱਲਾਂ ਨੇ 1-1.5 ਮਿੰਟ ਦੇ ਵਿੱਚ ਇੱਕ ਵਾਰੀ ਸੁਣਾ ਜ਼ਰੂਰ ਦਿਓ ਤਾਂ ਕਿ ਬਾਅਦ ਦੇ ਵਿੱਚ ਆਪਾਂ ਗੱਲ ਅੱਗੇ ਵਧਾਈਏ। नहीं हमारे वकील रहेंगे वहाँ वकील ਤੁਹਾਡੇ ਹੁਣੇ ਇੱਕ ਸਾਥੀ ਤੁਹਾਡੇ ਸਾਥੀ ਹੁਣੇ ਗਏ ਸੀ, ਉਹਨਾਂ ਨੇ ਕਿਹਾ ਸੀ ਕਿ ਜੇਕਰ ਸੁਪਰੀਮ ਕੋਰਟ ਕਹੇਗੀ ਤਾਂ ਵੀ ਅਸੀਂ ਇੱਥੋਂ ਨਹੀਂ ਉਠਾਂਗੇ। ਤੁਹਾਡੇ ਸਾਥੀ ਹੁਣੇ ਕਹਿ ਗਏ ਨੇ। ਤੁਹਾਡੇ ਸਾਥੀ ਹੁਣੇ हाँ हाँ वो साडा फैसला है, ਸਾਥੀਆਂ ਦਾ ਫੈਸਲਾ ਨਹੀਂ, ਸਾਡਾ ਫੈਸਲਾ ਹੈ। ਸੁਪਰੀਮ ਕੋਰਟ ਅਗਰ ਇਹ ਅਨਾਉਂਸ ਕਰਦਾ ਕਿ ਤੁਸੀਂ ਇੱਥੋਂ ਉੱਠ ਜਾਓ, ਅਸੀਂ ਨਹੀਂ ਉੱਠਾਂਗੇ। ਐਮਐਸਪੀ ਬਾਰੇ ਕੋਈ ਬਾਤਚੀਤ ਨਹੀਂ। 15 ਤਰੀਕ ਨੂੰ ਮੀਟਿੰਗ ਦੀ ਡੇਟ ਹੋਈ ਹੈ, 15 ਤਰੀਕ ਨੂੰ ਅਸੀਂ ਜਾਣਾ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਛੋਟੀ ਕਮੇਟੀ ਦੀ ਗੱਲਬਾਤ ਕੀਤੀ ਹੈ। ਉਹ ਅਸੀਂ ਬਣਾਉਣੀ ਕਿ ਨਹੀਂ ਬਣਾਉਣੀ, ਅਸੀਂ ਸੁਪਰੀਮ ਕੋਰਟ ਦੇ ਕੀ ਆਉਂਦੇ ਨੇ, ਇਹਨੂੰ ਅਸੀਂ ਸਾਡੀ ਜਿਹੜੀ ਕੱਲ ਪਰਸੋਂ मीटिंग रखी है। कमेटी के बारे में उन्होंने प्रपोज किया है। कमेटी के छोटी कमेटी बना लो, छोटी कमेटी बना के हम बैठ जाएं, इन कानून को डिटेल में डिस्कस करें, ये उनका प्रपोजल है। हरजीत गरेवाल तो 2 लाख तनख्वाह के लिए 75,000 पेंशन के लिए और सीट के लिए बोल रहा है बात। वो हमारे पंजाब का किसान है, सिख भाई है, पगड़ी वाला है। बार-बार कह रहा है भी ये अपनी ਵੱਖਰੀ ਪਾਰਟੀ ਪੰਜਾਬ ਦੇ ਵਿੱਚ ਬਣਾਉਣੀ ਚਾਹੁੰਦੇ ਆ। ਕੀ ਗੱਲ? बिल्कुल कोई वक्री पार्टी नहीं बनाना चाहता, कुछ नहीं करना चाहता, यही बनाना चाहते हैं। बीजेपी कह रही है कि हम पंजाब में अगले 2022 की इलेक्शन जीतेंगे। हम कहना चाहते हैं कि उनके कागज भरने के लिए भी आदमी नहीं मिलेंगे, इतना उनके प्रति गुस्सा है। तीनों कानूनों से संबंधित ही चर्चा होती रही, लेकिन कोई निर्णय आज नहीं हो सका। सरकार का लगातार यह आग्रह रहा कि रिपील के अतिरिक्त कोई और विकल्प अगर यूनियन दे तो सरकार उस पर विचार करे। ਸੋ ਗਗਨ, ਦੇਖੋ, ਆਪਾਂ ਸਾਰੇ ਇਹਨਾਂ ਕਿਸਾਨ ਆਗੂਆਂ ਦੀਆਂ ਗੱਲਾਂ ਸੁਣੀਆਂ। ਉਹਨਾਂ ਨੇ ਸਪਸ਼ਟ ਤੌਰ ਤੇ ਹੀ ਕਹਿ ਦਿੱਤਾ, ਸਪਸ਼ਟ ਤੌਰ ਦੇ ਉੱਤੇ ਹੀ ਕਹਿ ਦਿੱਤਾ ਕਿ ਸਾਡੀ ਗੱਲ ਉਹ ਸੁਣਨ ਨੂੰ ਤਿਆਰ ਨਹੀਂ ਸੀ। ਦੇਖੋ, ਕੱਲ ਕਿਸਾਨ ਭੋਜਨ ਕਰਨ ਵੀ ਨਹੀਂ ਗਏ ਗਗਨ, ਕਿਸਾਨ ਉਸ ਮੀਟਿੰਗ ਹਾਲ 'ਚ ਹੀ ਬੈਠੇ ਰਹੇ। ਔਰ ਦੇਖੋ, ਕੱਲ ਵੀ ਗਰਮਾ ਗਰਮੀ ਹੋਈ ਹੈ। ਕੱਲ ਇੱਕ ਵਾਰੀ ਫੇਰ ਜਿਹੜੇ ਅਫਸਰ ਨੇ, ਖੇਤੀਬਾੜੀ ਮੰਤਰੀ ਨੇ ਔਰ ਕਿਸਾਨ ਆਗੂ ਨੇ ਆਪਸ 'ਚ ਗਰਮਾ ਗਰਮੀ ਦਾ ਮਾਹੌਲ ਇੱਕ ਵਾਰੀ ਬਣਿਆ, ਕਿਉਂਕਿ ਕਿਸਾਨਾਂ ਤੋਂ ਬਾਰ-ਬਾਰ ਇਹ ਪੁੱਛਿਆ ਜਾਂਦਾ ਰਿਹਾ ਕਿ ਅਗਰ ਕੋਈ ਤੁਹਾਡਾ ਸੁਝਾਅ ਹੈ ਤੇ ਅਸੀਂ ਉਹਦੇ 'ਤੇ ਵਿਚਾਰ ਕਰਾਂਗੇ। ਜਦ ਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਹੁਣ ਸੁਝਾਅ ਦੇਣ ਦੀ ਤਾਂ ਜ਼ਰੂਰਤ ਹੀ ਨਹੀਂ ਜਦੋਂ ਕਾਨੂੰਨ ਹੀ ਸਾਰੇ ਰੱਦ ਕਰਨੇ ਨੇ। ਸੋ ਉਹ ਇੱਕ ਤਰੀਕੇ ਨਾਲ ਕੋਰੀ ਨਾ ਹਾਲਾਂਕਿ ਬੋਲ ਕੇ ਨਹੀਂ ਕੀਤੀ ਗਗਨ। ਉਹ ਦੇਖੋ, ਬੋਲ ਕੇ ਨਾ ਨਹੀਂ ਕਰਦੇ ਵੀ ਅਸੀਂ ਕਾਨੂੰਨ ਨਹੀਂ ਰੱਦ ਕਰਦੇ। ਉਹ ਕਹਿੰਦੇ ਅਸੀਂ ਕਾਨੂੰਨ ਨਹੀਂ ਰੱਦ ਕਰਨੇ, ਅਸੀਂ ਸੰਸ਼ੋਧਨ ਕਰਨ ਨੂੰ ਤਿਆਰ ਹਾਂ। ਤੇ ਫਿਰ ਅਗਲੀ ਮੀਟਿੰਗ 15 ਨੂੰ ਹੈ। ਹੁਣ ਜੇ ਤੁਸੀਂ ਇਸ ਗੱਲ ਤੇ ਕਾਇਮ ਹੋ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਤੇ ਕਿਸਾਨ ਇਸ ਗੱਲ ਤੇ ਕਾਇਮ ਨੇ ਕਿ ਅਸੀਂ ਕਾਨੂੰਨ ਰੱਦ ਤੋਂ ਬਿਨਾਂ ਕੋਈ ਹੱਲ ਨਹੀਂ ਚਾਹੁੰਦੇ, ਫਿਰ ਮੀਟਿੰਗਾਂ ਕਾਹਦੀਆਂ ਹੈ ਗਗਨ? ਫਿਰ ਸਰਕਾਰ ਵੀ ਮੀਟਿੰਗਾਂ ਕਰਨ ਕਿਉਂ ਆਉਂਦੀ ਹੈ ਜਦੋਂ ਉਹਨਾਂ ਨੂੰ ਪਤਾ ਹੀ ਹੈ ਕਿਸਾਨਾਂ ਨੇ ਕਹਿ ਰੱਖਿਆ ਵੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਅਸੀਂ ਗੱਲ ਨਹੀਂ ਕਰਨੀ ਕੋਈ। ਸੋ ਹੁਣ ਕਿਸਾਨਾਂ ਨੂੰ ਵੀ ਫੈਸਲਾ ਕਰਨਾ ਪਊਗਾ ਗਗਨ। ਹਾਲਾਂਕਿ ਮੈਂ ਚਾਹੂੰਗਾ ਕਿ ਕਿਸਾਨ ਸਰਕਾਰ ਨਾਲ ਮੀਟਿੰਗਾਂ ਕਰਦੇ ਰਹਿਣ, ਪਰ ਕਿਸਾਨ ਸਰਕਾਰ ਨਾਲ ਮੀਟਿੰਗਾਂ ਤਾਂ ਕਰਨ ਜਾਣ ਨਾ ਜੇ ਸਰਕਾਰ ਇਸ ਗੱਲ ਪਾਸੇ ਤੁਰੇ ਕਿ ਅਸੀਂ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਬਣਾਵਾਂਗੇ। ਜਦੋਂ ਸਰਕਾਰ ਕਹਿ ਰਹੀ ਹੈ ਅਸੀਂ ਕਾਨੂੰਨ ਰੱਦ ਹੀ ਨਹੀਂ ਕਰਨੇ, ਫਿਰ ਕਿਸਾਨ ਜਿਹੜੇ ਮੀਟਿੰਗ ਤੇ ਜਾ ਰਹੇ ਨੇ ਤੇ ਖਾਲੀ ਹੱਥੀਂ ਮੁੜਨਗੇ ਗਗਨ। ਬੜੀ ਸੁਭਾਵਿਕ ਜੀ ਗੱਲ ਹੈ। ਜਾਂ ਤਾਂ ਕਿਸਾਨ ਤੈਅ ਕਰ ਲੈਣ ਵੀ ਅਸੀਂ ਸੁਝਾਅ ਦੇ ਕੇ
ਕਿਸਾਨ ਆਗੂ ਤੈਅ ਕਰ ਲੈਣ ਵੀ ਅਸੀਂ ਸੁਝਾਅ ਦੇ ਕੇ ਅਗਰ ਗੱਲਬਾਤ ਅੱਗੇ ਤੋਰਨੀ ਹੈ ਫਿਰ ਮੀਟਿੰਗ ਦਾ ਫਾਇਦਾ ਹੈ। ਸੋ ਨਹੀਂ ਤਾਂ ਕਿਸਾਨਾਂ ਨੂੰ ਆਪਣਾ ਸ਼ਾਂਤਮਈ ਜਿਹੜਾ ਅੰਦੋਲਨ ਹੈ ਉਹਦੇ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੋਈ ਹਿੰਸਾ ਨਾ ਕਰ ਜੇ, ਕੋਈ ਮਾੜੀ ਘਟਨਾ ਨਾ ਇਸ ਅੰਦੋਲਨ 'ਚ ਕਰ ਜੇ, ਉਸ ਪਾਸੇ ਕਿਸਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਔਰ ਕਿਸਾਨ ਇਹ ਤੈਅ ਕਰ ਲੈਣ ਪਹਿਲਾਂ, ਅਗਰ ਉਹਨਾਂ ਨੂੰ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਹੈ ਗਗਨ, ਕੇਂਦਰ ਦੀ ਸਰਕਾਰ ਕਾਨੂੰਨ ਰੱਦ ਕਰਨ ਬਾਰੇ ਕੁਝ ਨਹੀਂ ਸੋਚ ਰਹੀ, ਤੇ ਅੱਜ ਵੀ ਗਗਨ ਮੌਕਾ ਹੈ। ਮੈਂ ਚਾਹੂੰਗਾ ਕਿ ਸਾਡੇ ਦੇਸ਼ ਦੇ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਨੂੰ ਹੋਰ ਜ਼ੋਰ ਸ਼ੋਰ ਨਾਲ ਲੈ ਕੇ ਜਾਣਾ ਚਾਹੀਦਾ ਹੈ। 11 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਹੈ। ਔਰ ਮੀਟਿੰਗ ਦੇ ਵਿੱਚ ਗਗਨ ਇਹ ਵੀ ਗੱਲ ਤੁਰੀ ਸੀ, ਜਦੋਂ ਮੰਤਰੀਆਂ ਨੇ ਕਿਹਾ ਵੀ ਅਗਰ ਅਸੀਂ ਗੱਲ ਸੁਪਰੀਮ ਕੋਰਟ ਤੇ ਹੀ ਛੱਡ ਦਈਏ, ਜੋ ਫੈਸਲਾ ਸੁਪਰੀਮ ਕੋਰਟ ਕਰ ਦੇ ਕੀ ਉਹ ਤੁਹਾਨੂੰ ਮਨਜ਼ੂਰ ਹੋਊਗਾ? ਦੇਖੋ, ਸੁਪਰੀਮ ਕੋਰਟ ਦਾ ਫੈਸਲਾ ਤਾਂ ਸਭ ਨੂੰ ਮਨਜ਼ੂਰ ਹੁੰਦਾ ਹੈ, ਪਰ ਕਾਨੂੰਨ ਰੱਦ ਕਰਨ ਦਾ ਪਹਿਲਾ ਅਖਤਿਆਰ ਤਾਂ ਸਰਕਾਰ ਕੋਲੇ ਆ ਨਾ ਜੀ। ਜਦੋਂ ਸਰਕਾਰ ਨੇ ਹੱਥ ਖੜੇ ਕਰਤੇ, ਸੁਪਰੀਮ ਕੋਰਟ ਨੇ ਤਾਂ ਫਿਰ ਉਦੋਂ ਫੈਸਲਾ ਕਰਨਾ ਹੈ। ਦੇਖੋ, ਹੁਣ ਸੁਪਰੀਮ ਕੋਰਟ ਤਾਂ ਜ਼ਰੂਰ ਗੰਭੀਰਤਾ ਦੇ ਨਾਲ ਸੋਚੂਗੀ। ਮੈਨੂੰ ਲੱਗਦਾ ਕਿ ਸਾਡੇ ਕਿਸਾਨ ਆਗੂਆਂ ਨੂੰ ਸੁਪਰੀਮ ਕੋਰਟ ਦੇ ਵੱਲ ਵੀ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। 11 ਜਨਵਰੀ ਦੀ ਸੁਣਵਾਈ ਹੈ। 11 ਜਨਵਰੀ ਦੀ ਸੁਣਵਾਈ ਦੇ ਵਿੱਚ ਸਾਡੇ ਕਿਸਾਨਾਂ ਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ, ਤਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਜਿਹੜਾ ਮਸਲਾ ਹੈ ਇਹ ਕਿਸਾਨਾਂ ਦੇ ਹੱਕ ਵਾਲੇ ਪਾਸੇ ਤੁਰੇ। ਸੋ ਉੱਥੇ ਕਿਤੇ ਕੋਈ ਕਮੀ ਨਾ ਰਹਿ ਜੇ, ਸੁਪਰੀਮ ਕੋਰਟ ਨੂੰ ਸਮਝਾਉਣ 'ਚ ਕੋਈ ਕਮੀ ਨਾ ਰਹਿ ਜੇ ਕਿ ਕਿਸਾਨੀ ਦੀਆਂ ਦਿੱਕਤਾਂ ਕੀ ਨੇ। ਗਗਨ ਡੱਲਾ ਜੀ, ਬੀਤੇ ਦਿਨ ਮੈਂ ਬਲਵੀਰ ਸਿੰਘ ਰਾਜੀਵਾਲ ਹੁਣਾਂ ਨੂੰ ਸੁਣ ਰਿਹਾ ਸੀ। ਉਹਨਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਗੱਲ ਆਖੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਏ ਅਤੇ ਅਸੀਂ ਆਪਣੇ ਵਕੀਲਾਂ ਦੇ ਜ਼ਰੀਏ ਸੁਪਰੀਮ ਕੋਰਟ ਦੇ ਵਿੱਚ ਇਹ ਦਰਖਾਸਤ ਕੀਤੀ ਹੈ ਕਿ ਅਸੀਂ ਕੋਰਟ ਦੇ ਵਿੱਚ ਨਹੀਂ ਆਏ, ਸਾਨੂੰ ਪਾਰਟੀ ਨਾ ਬਣਾਇਆ ਜਾਵੇ। ਇਸ ਦੇ ਉੱਤੇ ਤੁਹਾਡੀ ਕੀ ਟਿੱਪਣੀ ਹੈ? ਦੇਖੋ, ਉਹਦਾ ਕਾਰਨ ਇਹੀ ਹੈ ਨਾ, ਕਿਉਂਕਿ ਸਰਕਾਰ ਨਾਲ ਗੱਲਬਾਤ ਤਾਂ ਕਰ ਰਹੇ ਨੇ, ਲੇਕਿਨ ਸਰਕਾਰ ਨਾਲ ਗੱਲਬਾਤ ਤੁਰ ਨਹੀਂ ਰਹੀ ਅੱਗੇ। ਅਗਰ ਸਰਕਾਰ ਨਾਲ ਇਸੇ ਮੱਠੀ ਰਫ਼ਤਾਰ ਦੇ ਵਿੱਚ ਗੱਲਬਾਤ ਚੱਲਦੀ ਰਹੀ ਗਗਨ, ਤੇ ਇਹ ਬਹੁਤ ਲੰਮਾ ਸਮਾਂ ਗੱਲਬਾਤ ਚੱਲੂਗੀ। ਉਹ ਠੀਕ ਹੈ, ਸਾਡੇ ਕਿਸਾਨਾਂ 'ਚ ਹੌਸਲਾ ਹੈ, ਜਜ਼ਬਾ ਹੈ, ਕਿਸਾਨ ਮੈਦਾਨ ਛੱਡ ਕੇ ਨਹੀਂ ਭੱਜਦੇ, ਆਗੂ ਮੈਦਾਨ ਛੱਡ ਕੇ ਨਹੀਂ ਭੱਜਦੇ, ਪੂਰੇ ਪੰਜਾਬ ਦਾ ਸਮਰਥਨ ਹੈ, ਦੇਸ਼ ਭਰ ਦੇ ਪੰਜਾਬੀਆਂ ਦਾ ਇਸ ਅੰਦੋਲਨ ਨੂੰ ਸਮਰਥਨ ਹੈ। ਉਹ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ, ਪਰ ਸਰਕਾਰ ਗੱਲ ਸੁਣਨ ਨੂੰ ਜਦ ਤਿਆਰ ਨਹੀਂ ਕਿਸਾਨ ਜਥੇਬੰਦੀਆਂ ਦੀ, ਤੇ ਮੇਰਾ ਨਜ਼ਰੀਆ ਇਹ ਹੈ ਗਗਨ, ਮੇਰਾ ਨਜ਼ਰੀਆ ਇਹ ਹੈ ਕਿ ਸਾਡੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੁਪਰੀਮ ਕੋਰਟ 'ਚ ਜਾ ਕੇ ਪਾਰਟੀ ਬਣਨਾ ਚਾਹੀਦਾ ਹੈ। ਦੇਖੋ, ਕਿਸੇ ਇੱਕ ਪੱਖ ਨੂੰ ਤਾਂ ਸਾਡੀ ਗੱਲ ਸਮਝਣੀ ਪੈਣੀ ਹੈ ਨਾ। ਹੁਣ ਸਰਕਾਰ ਅਗਰ ਨਹੀਂ ਸਮਝ ਰਹੀ ਕਿ ਸਾਡੀ ਲਾਗਤ ਕਿੰਨੀ ਹੈ, ਸਾਡੇ ਖੇਤੀ ਖਰਚੇ ਕਿੰਨੇ ਹੈ, ਸਾਡੇ ਕਿਸਾਨ ਸੁਸਾਈਡ ਕਿੰਨੇ ਕਰਦੇ ਨੇ, ਸਾਡੇ ਤੇ ਕਰਜ਼ੇ ਕਿੰਨੇ ਨੇ, ਅਗਰ ਸਰਕਾਰ ਇਹ ਸਭ ਕੁਝ ਜਾਣਦੀ ਹੋਈ ਵੀ, ਦੇਖੋ ਸਰਕਾਰ ਨੂੰ ਵੀ ਤਾਂ ਪਤਾ ਹੈ ਨਾ ਕਿੰਨੇ ਸੁਸਾਈਡ ਹੁੰਦੇ ਨੇ, ਕਿੰਨੇ ਕਿਸਾਨਾਂ ਤੇ ਕਰਜ਼ੇ ਨੇ ਪੰਜਾਬ ਦੇ, ਕਿੰਨੀ ਔਖੀ ਪੰਜਾਬ ਦੀ ਖੇਤੀ ਹੈ, ਪਾਣੀ ਕਿੰਨਾ ਡਿੱਗ ਗਿਆ, ਬੰਜਰ ਹੋਰ ਦੇ ਕਿਨਾਰੇ ਪੰਜਾਬ ਹੈ, ਇਹ ਕੇਂਦਰ ਦੀ ਸਰਕਾਰ ਨੂੰ ਪਤਾ ਹੈ। ਲੇਕਿਨ ਅਗਰ ਇਸ ਸਭ ਦੇ ਬਾਵਜੂਦ ਕੇਂਦਰ ਦੀ ਸਰਕਾਰ ਇਹਨਾਂ 3 ਖੇਤੀ ਕਾਨੂੰਨਾਂ ਨੂੰ ਪੰਜਾਬ ਲਈ ਫਾਇਦੇਮੰਦ ਮੰਨਦੀ ਹੈ, ਤੇ ਫਿਰ ਕਿਸਾਨਾਂ ਨੂੰ ਸੁਪਰੀਮ ਕੋਰਟ 'ਚ ਪਾਰਟੀ ਜ਼ਰੂਰ ਬਣਨਾ ਚਾਹੀਦਾ, ਤਾਂ ਕਿ ਘੱਟੋ ਘੱਟ ਸੁਪਰੀਮ ਕੋਰਟ ਨੂੰ ਤਾਂ ਸਮਝਾ ਲਈਏ ਨਾ। ਸੁਪਰੀਮ ਕੋਰਟ ਨੂੰ ਅਸੀਂ ਇਹ ਤਾਂ ਸਮਝਾ ਲਈਏ ਨਾ ਕਿ ਸਰਕਾਰ ਜੋ ਕੁਝ ਸਾਡੇ ਬਾਰੇ ਸਮਝ ਰਹੀ ਹੈ ਉਹ ਗਲਤ ਸਮਝ ਰਹੀ ਹੈ। ਦੇਖੋ, 2 ਗੱਲਾਂ ਨੇ, ਸਰਕਾਰ ਨੇ ਕੋਈ ਇਹੋ ਜਿਹੀ ਕਮੇਟੀ ਨਹੀਂ ਬਣਾਈ, ਕੋਈ ਵਿਸ਼ੇਸ਼ ਦਲ ਨਹੀਂ ਭੇਜਿਆ ਜਿਹੜਾ ਕਿਸਾਨਾਂ ਨਾਲ ਖੇਤਾਂ 'ਚ ਜਾ ਕੇ ਗੱਲਬਾਤ ਕਰੇ, ਪੰਜਾਬ ਦੇ ਕਿਸਾਨਾਂ ਦਾ ਓਪੀਨੀਅਨ ਲਵੇ। ਅਗਰ ਸੁਪਰੀਮ ਕੋਰਟ 'ਚ ਮਾਮਲਾ ਚਲਿਆ ਜਾਂਦਾ, ਉਹ ਠੀਕ ਹੈ ਕਿ ਸੁਪਰੀਮ ਕੋਰਟ 'ਚ ਸਮਾਂ ਥੋੜ੍ਹਾ ਵੱਧ ਲੱਗ ਸਕਦਾ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਕਿਸਾਨ ਧਰਨਾ ਚੱਕ ਦੇਣ। ਇਹ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ ਕਿ ਉਹਨਾਂ ਨੇ ਧਰਨਾ ਕਿੰਨੀ ਦੇਰ ਜਾਰੀ ਰੱਖਣਾ ਹੈ। ਅਸੀਂ ਤਾਂ ਕਿਉਂਕਿ ਉਹਨਾਂ ਦੀਆਂ ਹੱਕ ਸੱਚ ਦੀਆਂ ਮੰਗਾਂ ਨੇ, ਅਸੀਂ ਉਹਨਾਂ ਦੇ ਸਮਰਥਨ 'ਚ ਹਾਂ। ਪਰ ਅਗਰ ਸੁਪਰੀਮ ਕੋਰਟ ਨੂੰ ਕਿਸਾਨਾਂ ਨੇ ਸਾਰੀ ਗੱਲ ਸਮਝਾਤੀ, ਸੁਪਰੀਮ ਕੋਰਟ ਕਿਸੇ ਜੱਜਾਂ ਦਾ ਪੈਨਲ ਬਣਾ ਕੇ ਭੇਜ ਸਕਦੀ ਹੈ ਕਿ ਤੁਸੀਂ ਜ਼ਮੀਨੀ ਹਕੀਕਤ ਪੜ੍ਹ ਕੇ ਆਓ ਕਿ ਅਸਲ 'ਚ ਪੰਜਾਬ ਦੇ ਕਿਸਾਨ ਕਿਉਂ ਨਾਰਾਜ਼ ਨੇ, ਕਿਉਂ ਉਹਨਾਂ ਨੂੰ ਲੱਗਦਾ ਕਿ ਇਹ ਕਾਨੂੰਨ ਸਾਨੂੰ ਬਰਬਾਦ ਕਰਨਗੇ। ਔਰ ਅਗਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਸਾਨਾਂ ਦੀ ਸਹਿਮਤੀ ਦੇ ਮੁਤਾਬਕ, ਕਿਸਾਨਾਂ ਦੀ ਸੋਚ ਦੇ ਮੁਤਾਬਕ ਫੈਸਲਾ ਦਿੱਤਾ, ਉੱਥੇ ਵੀ ਫਿਰ ਕਿਸਾਨਾਂ ਦੀ ਜਿੱਤ ਦਾ ਰਾਹ ਬਣਦਾ ਹੈ। ਔਰ ਇੱਕ ਗੱਲ ਹੋਰ ਹੈ ਗਗਨ, ਸੁਪਰੀਮ ਕੋਰਟ 'ਚ ਅਗਰ ਕਿਸਾਨ ਜਿੱਤ ਜਾਂਦੇ ਨੇ ਤੇ ਫਿਰ ਸਰਕਾਰ ਨੂੰ, ਪਾਰਲੀਮੈਂਟ ਨੂੰ ਉਹ ਫੈਸਲਾ ਲਾਗੂ ਕਰਨਾ ਪਊਗਾ। ਦੇਖੋ, ਇਹ ਬਹੁਤ ਵੱਡੀ ਗੱਲ ਹੈ। ਔਰ ਦੂਸਰੀ ਗੱਲ, ਹਾਲਾਂਕਿ ਜੇ ਸੁਪਰੀਮ ਕੋਰਟ 'ਚ ਵੀ ਜਿੱਤ ਜਾਂਦੀ ਹੈ ਸਾਡੀ ਸਰਕਾਰ, ਸਾਡੇ ਪੰਜਾਬ ਵਾਲੇ ਕਿਸਾਨ ਅਗਰ ਜਿੱਤ ਜਾਂਦੇ ਨੇ, ਤਾਂ ਵੀ ਸਰਕਾਰ ਤੋਂ ਫੈਸਲਾ ਲਾਗੂ ਕਰਾਉਣ ਲਈ ਤਾਂ ਜਦੋਜਹਿਦ ਕਰਨੀ ਪੈਣੀ ਹੈ। ਕਿਉਂ? ਕਿਉਂਕਿ ਮੁਲਕ 'ਚ ਕਿਸਾਨਾਂ ਦੀ ਸੋਚ, ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਸਰਕਾਰ ਦੇ ਲਈ ਵੀ ਬਹੁਤ ਆਸਾਨ ਨਹੀਂ ਹੈ ਗਗਨ।
ਲੋਕਤੰਤਰ ਦੇ ਵਿੱਚ ਵੋਟ ਪਾਉਣ ਵਾਲੇ ਕਿਸਾਨ ਨੇ ਔਰ ਕਿਸਾਨਾਂ ਦੀ ਤਾਕਤ ਬਹੁਤ ਵੱਡੀ ਹੈ। ਦੇਖੋ ਹਜੇ ਇਹ ਨਹੀਂ ਹੈਗਾ ਵੀ ਸਾਡੇ ਮੁਲਕ 'ਚ ਹੁਣ ਵੋਟਾਂ ਪੈਣੀਆਂ ਬੰਦ ਹੋ ਗਈਆਂ। 2022 'ਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ਆਉਣੀਆਂ ਨੇ, 2022 'ਚ ਪੰਜਾਬ ਦੀਆਂ ਚੋਣਾਂ ਆਉਣੀਆਂ ਨੇ, ਪੱਛਮੀ ਬੰਗਾਲ ਦੀਆਂ ਚੋਣਾਂ ਆ ਜਾਣੀਆਂ ਨੇ, ਅਗਲੇ ਸਾਲ 2022 'ਚ ਹੀ ਪੱਛਮੀ ਬੰਗਾਲ ਦੀਆਂ ਚੋਣਾਂ ਆ ਜਾਣੀਆਂ ਨੇ। ਸੋ ਜੰਮੂ ਕਸ਼ਮੀਰ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਇਆ ਹੈ ਜੀ, ਭਵਿੱਖ 'ਚ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਸੋ ਕਈ ਸੂਬੇ ਨੇ ਜਿੱਥੇ ਹੌਲੀ ਹੌਲੀ ਕਰਕੇ ਆਉਂਦੇ ਸਮਿਆਂ ਦੇ ਵਿੱਚ ਵੋਟਾਂ ਪੈਣੀਆਂ ਨੇ। ਇਸ ਕਰਕੇ ਸਰਕਾਰ ਨੂੰ ਕਿਸਾਨਾਂ ਦੀ ਜਿਹੜੀ ਕਿਸਾਨਾਂ ਦੀ ਸੋਚ ਹੈ ਜਾਂ ਕਿਸਾਨਾਂ ਦੀ ਨਾਰਾਜ਼ਗੀ ਹੈ, ਸਰਕਾਰ ਨੂੰ ਇਹ ਵੀ ਡਰ ਰਹੂਗਾ ਵੀ ਅਗਰ ਅਸੀਂ ਕਿਸਾਨਾਂ ਨੂੰ ਸੰਤੁਸ਼ਟ ਨਾ ਕੀਤਾ ਤਾਂ ਸਾਡੇ ਖਿਲਾਫ ਕਿਸਾਨ ਵੋਟਾਂ ਪਾ ਦੇਣਗੇ। ਔਰ ਪੰਜਾਬ ਤੋਂ ਬੀਜੇਪੀ ਨੂੰ ਬਹੁਤ ਸਾਰੀਆਂ ਉਮੀਦਾਂ ਸੀ, ਪੰਜਾਬ 'ਚ ਬੀਜੇਪੀ ਦੀ ਕੋਸ਼ਿਸ਼ ਸੀ ਕਿ ਅਸੀਂ ਸਰਕਾਰ ਬਣਾਈਏ। ਔਰ ਹਾਲ ਦੀ ਘੜੀ ਜੋ ਸਥਿਤੀਆਂ ਨੇ ਉਹਦੇ ਨਾਲ ਬੀਜੇਪੀ ਦੀ ਇਸ ਸੰਭਾਵਨਾ ਨੂੰ, ਪੰਜਾਬ 'ਚ ਆਪਣੇ ਦਮ ਤੇ ਸਰਕਾਰ ਬਣਾਉਣ ਦੀ ਸੰਭਾਵਨਾ ਨੂੰ ਬਹੁਤ ਹੀ ਵੱਡੀ ਸੱਟ ਲੱਗੀ ਹੈ। ਮੈਨੂੰ ਨਹੀਂ ਲੱਗਦਾ ਅਗਰ ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸੰਤੁਸ਼ਟ ਨਾ ਕਰ ਸਕੀ, ਉਹਨਾਂ ਦੀਆਂ ਮੰਗਾਂ ਨਾ ਮੰਨ ਸਕੀ, ਤੇ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਬੀਜੇਪੀ ਨੂੰ ਮਿਲ ਜਾਣਗੀਆਂ। ਇਹ ਤਾਂ ਗੱਲ ਰਹਿ ਗਈ ਕਿਸਾਨੀ ਵੋਟ ਦੀ। ਵਪਾਰੀ ਵੋਟ ਉਹ ਨਾਰਾਜ਼ ਹੋ ਸਕਦੀ ਹੈ ਬੀਜੇਪੀ ਤੋਂ। ਕਾਫੀ ਵਪਾਰ ਕਾਰੋਬਾਰ ਪੰਜਾਬ ਦਾ ਰੁਕਿਆ ਪਿਆ। ਪੰਜਾਬ ਦਾ ਹਰ ਖਿੱਤਾ ਕਿਸਾਨੀ ਨਾਲ ਜੁੜਿਆ ਗਗਨ, ਪੰਜਾਬ ਦਾ ਹਰ ਖਿੱਤਾ ਕਿਸਾਨੀ ਨਾਲ ਜੁੜਿਆ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਹ ਸਾਰੀਆਂ ਹਕੀਕਤਾਂ ਵੀ ਸਮਝਣੀਆਂ ਪੈਣੀਆਂ ਨੇ। ਔਰ ਜਿੱਥੇ ਸਿਆਸਤ ਜਾਂ ਵੋਟਾਂ ਦੀ ਰਾਜਨੀਤੀ ਦਾ ਦਬਾਅ ਆ ਜੇ, ਸੋ ਉੱਥੇ ਕਈ ਵਾਰੀ ਸਰਕਾਰਾਂ ਆਪਣੇ ਫੈਸਲਿਆਂ ਤੇ ਪੁਨਰ ਵਿਚਾਰ ਕਰ ਲੈਂਦੀਆਂ ਨੇ। ਬਾਕੀ ਦੇਖਦੇ ਹਾਂ ਹੁਣ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਕਦੋਂ ਕਿਸਾਨਾਂ ਦੀ ਗੱਲ ਸਮਝਦੀ ਹੈ। ਤੇ ਡੱਲਾ ਜੀ, ਇੱਥੇ ਇੱਕ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡਾ ਸਵਾਲ ਹੈ ਕਿ ਜਦੋਂ ਆਪਾਂ ਬੀਤੇ ਦਿਨਾਂ ਦੇ ਵਿੱਚ ਮੀਟਿੰਗ ਨੂੰ ਲੈ ਕੇ ਇਸੇ ਤਰ੍ਹਾਂ ਚਰਚਾ ਕਰ ਰਹੇ ਸੀ ਕਿ ਅੱਜ ਮੀਟਿੰਗ ਮੁੱਕੀ ਹੈ ਤੇ 8 ਤਰੀਕ ਨੂੰ ਦੁਬਾਰਾ ਮੀਟਿੰਗ ਹੈ, ਉਸੇ ਦਿਨ ਇੱਕ ਚਰਚਾ ਸੀ ਕਿ ਅੱਜ ਤੱਕ ਜਿਹੜੇ 50 ਦੇ ਕਰੀਬ ਕਿਸਾਨ ਇਸ ਦੁਨੀਆ ਤੋਂ ਰੁਖਸਤ ਹੋਏ। 3 ਦਿਨ ਬਾਅਦ ਮੀਟਿੰਗ ਹੁੰਦੀ ਹੈ, ਚੌਥਾ ਦਿਨ ਹੁੰਦਾ ਹੈ ਤੇ ਅੱਜ ਤੱਕ 70 ਦੇ ਕਰੀਬ ਕਿਸਾਨ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ। ਲਗਾਤਾਰ ਇੰਨੇ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੀ ਜਾਨ ਜਾ ਰਹੀ ਹੈ। ਇਸੇ ਦੇ ਵਿੱਚ ਇੱਕ ਹਫ਼ਤੇ ਦਾ ਟਾਈਮ ਹੋਰ ਮੀਟਿੰਗ ਦੇ ਵਿੱਚ ਪਾ ਦਿੱਤਾ। ਕਿਤੇ ਨਾ ਕਿਤੇ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਵੀ ਸੋਚਣਾ ਚਾਹੀਦਾ। ਦੇਖੋ ਬੀਜੇਪੀ ਦੇ ਕੁਝ ਲੀਡਰ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਾਨੀ ਉਹ ਵੀ ਮੀਟਿੰਗ ਕਰਕੇ ਆਏ ਪ੍ਰਧਾਨ ਮੰਤਰੀ ਨਾਲ, ਫਿਰ ਉਹ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਆਏ। ਉਹ ਵਾਪਸ ਆ ਕੇ ਕਹਿੰਦੇ ਕਿ ਬੀਜੇਪੀ ਦੇ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਬੀਜੇਪੀ ਦੇ ਲੀਡਰਾਂ ਦੇ ਪ੍ਰਤੀ ਸਖਤ ਰੁਖ ਅਪਣਾਇਆ ਜਾ ਰਿਹਾ। ਕਈ ਲੋਕ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਉਹ ਇਹ ਵੀ ਜਾ ਕੇ ਕਹਿ ਦਿੰਦੇ ਪ੍ਰਧਾਨ ਮੰਤਰੀ ਸਾਹਿਬ ਨੂੰ, ਅਮਿਤ ਸ਼ਾਹ ਨੂੰ ਵੀ, ਕਿ 70 ਦੇ ਕਰੀਬ ਲੋਕ ਦੁਨੀਆ ਤੋਂ ਚਲੇ ਗਏ ਨੇ, ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਬੀਜੇਪੀ ਦੇ ਲੀਡਰ ਇਹ ਵੀ ਉੱਥੇ ਜਾ ਕੇ ਕਹਿ ਦਿੰਦੇ ਕਿ ਕਿਉਂ ਨਾ ਅਸੀਂ ਹੀ ਵੱਡਾ ਦਿਲ ਦਿਖਾ ਲਈਏ, ਅਸੀਂ ਬੀਜੇਪੀ ਵਾਲੇ ਹੀ ਵੱਡਾ ਦਿਲ ਦਿਖਾ ਲਈਏ ਤੇ ਅਸੀਂ ਕਿਸਾਨਾਂ ਦੀ ਗੱਲ ਨੂੰ ਸਮਝ ਲਈਏ। ਇਹੀ ਮੰਗ ਕਰ ਦਿੰਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਕਿ ਪ੍ਰਧਾਨ ਮੰਤਰੀ ਸਾਹਿਬ ਅਮਿਤ ਸ਼ਾਹ, ਰਾਜਨਾਥ ਸਿੰਘ ਔਰ ਨਰਿੰਦਰ ਤੋਮਰ, ਇਹਨਾਂ ਤਿੰਨਾਂ ਵੱਡੇ ਮੰਤਰੀਆਂ ਦੇ ਪੰਜਾਬ ਦੇ ਕਿਸੇ 5 ਜ਼ਿਲ੍ਹਿਆਂ 'ਚ ਦੌਰੇ ਕਰਾ ਦਿਓ। 5 ਜ਼ਿਲ੍ਹਿਆਂ 'ਚ ਜਿਹੜੇ ਖੇਤਾਂ 'ਚ ਕਿਸਾਨ ਬੈਠੇ ਨੇ ਉਹਨਾਂ ਨਾਲ ਜਾ ਕੇ ਗੱਲ ਕਰਾ ਦਿਓ। ਉਹਨਾਂ ਦੇ ਦਿਲ ਦੀ ਗੱਲ, ਮਜਬੂਰੀ ਉਹਨਾਂ ਦੀ ਸੁਣ ਲਓ ਤਾਂ ਕਿ ਪਤਾ ਲੱਗ ਜੇ ਕਿ ਕਿਉਂ ਪੰਜਾਬ ਦੇ ਕਿਸਾਨ ਕਹਿ ਰਹੇ ਨੇ ਕਿ ਇਹ ਸਾਡੇ ਲਈ ਕਾਨੂੰਨ ਲਾਹੇਵੰਦ ਨਹੀਂ ਹੈ। ਸੋ ਇਹ ਸਾਰੀਆਂ ਉਹ ਮੰਗਾਂ ਨੇ ਗਗਨ ਜਿਹੜੀਆਂ ਬੀਜੇਪੀ ਦੇ ਲੀਡਰਾਂ ਨੂੰ ਵੀ ਕਰਨੀਆਂ ਚਾਹੀਦੀਆਂ ਸੀ। ਬੀਜੇਪੀ ਦੇ ਲੀਡਰਾਂ ਨੇ ਕਿਹੜੀਆਂ ਮੰਗਾਂ ਕੀਤੀਆਂ, ਜਾ ਕੇ ਕਿਹੜੀਆਂ ਗੱਲਾਂ ਕੀਤੀਆਂ ਕਿ ਸਾਨੂੰ ਸਾਡੇ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਇਹ ਕਿਹਾ ਜਾ ਰਿਹਾ ਕਿ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਉਹ ਠੀਕ ਹੈ, ਇਹ ਗੱਲਾਂ ਕੋਈ ਜ਼ਮੀਨੀ ਹਕੀਕਤ ਵਾਲੀਆਂ ਨਹੀਂ ਹੁੰਦੀਆਂ। ਪੰਜਾਬ ਕੌਣ ਕਿਸੇ ਨੂੰ ਪਿੰਡਾਂ 'ਚੋਂ ਵੜਨ ਤੋਂ ਰੋਕਦਾ। ਔਰ ਕਿਸਾਨਾਂ ਨੇ ਵੀ ਦੇਖੋ ਅੱਜ ਮੀਟਿੰਗ 'ਚ ਨਾਰਾਜ਼ਗੀ ਪ੍ਰਗਟ ਕੀਤੀ। ਕਿਸਾਨ ਕਹਿੰਦੇ ਬੀਜੇਪੀ ਦੇ ਲੀਡਰ ਸਾਡੇ ਲਈ ਵੀ ਮੰਦੀ ਭਾਸ਼ਾ ਵਰਤ ਰਹੇ ਨੇ। ਉਹ ਵੀ ਕਈ ਲੀਡਰ ਨੇ ਬੀਜੇਪੀ ਦੇ ਜਾਂ ਹੋਰ ਪਾਰਟੀਆਂ ਦੇ ਜਿਨ੍ਹਾਂ ਨੇ ਮੰਦੀ ਭਾਸ਼ਾ ਵਰਤੀ ਹੈ। ਔਰ ਬੀਜੇਪੀ ਦੇ ਲੀਡਰਾਂ ਨੇ ਤਾਂ ਕਈਆਂ ਨੇ ਤਾਂ ਇਹ ਵੀ ਕਹਿਤਾ, ਮੰਤਰੀ ਤੱਕ ਸੀ ਉਹਨਾਂ 'ਚ, ਕਿ ਇਹਨਾਂ ਦੇ ਵਿੱਚ ਖਾਲਿਸਤਾਨੀ ਬੈਠੇ ਨੇ। ਸੋ ਕੋਈ ਇੱਕ ਅੱਧਾ ਮਾੜਾ ਤੱਤ ਕਿਤੇ ਹੋਵੇ ਤੇ ਉਹਦੇ ਨਾਲ ਤੁਸੀਂ ਪੂਰੇ ਭਾਈਚਾਰੇ ਨੂੰ, ਪੂਰੇ ਸਮਾਜ ਨੂੰ, ਪੂਰੇ ਕਿਸਾਨੀ ਵਰਗ ਨੂੰ, ਪੂਰੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਇਹਨਾਂ ਦੇ ਵਿੱਚ ਖਾਲਿਸਤਾਨੀ ਨੇ, ਨਕਸਲੀ ਨੇ। ਸੋ ਇਹ ਸਾਰੇ ਹੁਣ ਟਰੈਕਟਰਾਂ ਦੇ ਉੱਤੇ ਝੰਡੇ ਦੇਖ ਹੀ ਲਏ ਇਹਨਾਂ ਨੇ, ਹਿੰਦੁਸਤਾਨ ਦੇ ਝੰਡੇ ਟਰੈਕਟਰਾਂ ਤੇ ਲੱਗੇ ਹੋਏ ਨੇ ਔਰ ਖੇਤੀ ਦਾ ਝੰਡਾ ਨਾਲ ਲੱਗਿਆ ਹੋਇਆ। ਸੋ ਇਹ ਮਤਲਬ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ। ਇੱਕ ਵਾਰੀ ਮੈਂ ਗਗਨ ਇਹ ਜ਼ਰੂਰ ਚਾਹੂੰਗਾ ਜਿਹੜੇ ਸਾਡੇ 2 ਬੀਜੇਪੀ ਦੇ ਲੀਡਰ ਜਾ ਕੇ ਆਏ ਨੇ, ਸੁਰਜੀਤ ਜਾਨੀ ਔਰ ਹਰਜੀਤ ਗਰੇਵਾਲ, ਥੋੜ੍ਹੀ ਗੱਲ ਇਹਨਾਂ ਦੀ ਇੱਕ ਵਾਰੀ ਫਿਰ ਸੁਣਾ ਜ਼ਰੂਰ ਦਿਓ ਆਪਣੇ ਖਬਰ ਪੜਤਾਲ ਵਾਲੇ ਜਿਹੜੇ ਸਾਰੇ ਸਾਥੀ ਨੇ ਸਾਡੇ, ਰੋਜ਼ ਸਾਡੇ ਨਾਲ ਜੁੜਦੇ ਨੇ ਸੁਣਨ ਦੇ।
ਨਹੀਂ ਕਿਸਾਨ ਆਗੂ ਦੇਖੋ ਜੀ, ਮੈਂ ਤਾਂ ਦੇਖ ਲਿਆ, ਸਾਨੂੰ 3 ਮਹੀਨੇ ਹੋ ਗਏ ਹਰਜੀਤ ਸਿੰਘ ਗਰੇਵਾਲ, ਮੈਨੂੰ ਤਾਂ ਇਹਨਾਂ ਦੀ ਮਿੰਨਤਾਂ ਕਰਦੇ ਹੋਏ, ਇਹ ਫੋਨ ਵੀ ਨਹੀਂ ਚੱਕਦੇ, ਅਸੀਂ ਗੱਲ ਕਰਾਣੀ ਚ ਗੱਲ ਨਹੀਂ ਚਾਹੁੰਦੇ, ਕੋਈ ਇਹਨਾਂ ਦੀ ਨੀਅਤ ਹੀ ਨਹੀਂ ਹੈ। ਇਹ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੀਆਂ ਜ਼ਮੀਨਾਂ ਚਲੀ ਜਾਣਗੀਆਂ, ਤੁਹਾਡੇ ਜ਼ਮੀਨਾਂ ਤੇ ਲੋਨ ਲੈ ਲਿੱਤੇ ਜਾਣਗੇ, ਇੰਨੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਇੱਥੇ ਲਿਆ ਕੇ ਸੜਕਾਂ ਤੇ ਛੱਡਤੇ, ਔਰ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਸਾਰਾ ਦਿਨ ਇਹ ਮੀਟਿੰਗਾਂ ਕਰਦੇ ਨੇ। ਅਗਰ ਕਿਸਾਨ ਦੀ ਚਿੰਤਾ ਹੋਵੇ ਤਾਂ ਮੈਂ ਪਹਿਲੇ ਦਿਨ ਕਹੀ ਸੀ ਅੱਧੇ ਘੰਟੇ 'ਚ ਹੱਲ ਹੁੰਦਾ ਹੈ। ਔਰ ਅਗਰ ਕਿਸਾਨ ਦੀ ਚਿੰਤਾ ਨਹੀਂ, ਅਗਰ ਮੁੱਛ ਦਾ ਸਵਾਲ ਹੈ ਜਾਂ ਇਹਨਾਂ ਦੀ ਕੋਈ ਹੋਰ ਹਿੱਤ ਜਿਹੜਾ ਇਹ ਸੇਕਣਾ ਚਾਹੁੰਦੇ ਨੇ, ਮੈਨੂੰ ਤਾਂ ਲੱਗਦਾ ਹੈ ਇਹ ਕੋਈ ਪਾਰਟੀ ਬਣਾ ਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ। ਜਿਸ ਅੰਨੇ ਹਜ਼ਾਰੇ ਨੇ ਜਿਹੜਾ ਅੰਦੋਲਨ ਕੀਤਾ ਜੀ ਕੇਜਰੀਵਾਲ ਬਣ ਗਿਆ, ਕਾਸ਼ੀ ਰਾਮ ਨੇ ਅੰਦੋਲਨ ਕੀਤਾ ਜੀ ਮਾਇਆਵਤੀ ਬਣ ਗਈ। ਇਸ ਤਰ੍ਹਾਂ ਦੇ ਪਿੱਛੇ ਜਿਹੜੇ ਅੰਦੋਲਨ ਹੋਇਆ ਸੀ ਉਹਦੇ ਵਿੱਚ ਕੋਈ ਨਾ ਕੋਈ ਲੀਡਰ ਬਣ ਜਾਂਦਾ। ਇਹ ਇਸ ਤਰ੍ਹਾਂ ਦੀ ਸੋਚ ਲੈ ਕੇ ਕਾਮਰੇਡ ਜਿਹੜੇ ਕਮਿਊਨਿਸਟ ਇਹਨਾਂ ਦੇ ਨਾਲ ਨੇ, ਔਰ ਕਮਿਊਨਿਸਟਾਂ ਦੇ ਬਾਰੇ ਮੈਂ ਕਹਿ ਚੁੱਕਿਆ ਕਿ ਜਿੱਥੇ ਇਹਨਾਂ ਦਾ ਝੰਡਾ ਲੱਗ ਜਾਂਦਾ, ਉਹ ਕਾਰਖਾਨਾ ਜਦੋਂ ਤੱਕ ਫੇਲ ਨਹੀਂ ਹੋ ਜਾਂਦਾ, ਫੈਕਟਰੀ ਫੇਲ ਨਹੀਂ ਹੋ ਜਾਂਦੀ, ਉਦੋਂ ਤੱਕ ਇਹਨਾਂ ਦੇ ਝੰਡਾ ਲੈਂਦਾ ਹੀ ਨਹੀਂ। ਔਰ ਇਹ ਕਾਮਰੇਡ ਜਿਹੜੇ ਆ ਹੁਣ ਕਿਸਾਨੀ ਦਾ ਗਾਣ ਕਰਨ ਲੱਗੇ ਹੋਏ ਆ, ਔਰ ਜਥੇਬੰਦੀਆਂ ਨਾਲ ਲੜੀ ਹੋਈ ਹੈ। ਸਰਕਾਰ ਕਿਸਾਨਾਂ ਲਈ ਸਭ ਕੁਝ ਕਰਨ ਨੂੰ ਤਿਆਰ ਆ, ਕਿਸਾਨ ਹਿੱਤ 'ਚ ਫੈਸਲੇ ਲੈਣ ਨੂੰ ਤਿਆਰ ਆ, ਪਰ ਕਿਸਾਨ ਆਗੂ ਜਿਹੜੇ ਆ ਉਹਨਾਂ ਦੀ ਅਗਵਾਈ ਕੁਝ ਹੋਰ ਲੋਕ ਕਰਨ ਲੱਗੇ। ਉਹਨਾਂ ਦੀ ਮਨਸ਼ਾ ਕਿਸਾਨ ਹਿੱਤ 'ਚ ਨਹੀਂ ਹੈ। ਸਰਕਾਰ ਜਿਹੜੇ ਸੜਕਾਂ ਤੇ ਕਿਸਾਨ ਬੈਠੇ ਆ ਉਹਨਾਂ ਨੂੰ ਜਲਦੀ ਉਠਾਉਣਾ ਚਾਹੁੰਦੀ ਹੈ, ਘਰ ਭੇਜਣਾ ਚਾਹੁੰਦੀ ਹੈ, ਪਰ ਕਿਸਾਨ ਲੀਡਰ ਕਿਉਂ ਇਸ ਨੂੰ ਲੰਬਾ ਕਰਨਾ ਚਾਹੁੰਦੇ ਆ, ਇਹ ਉਹਨਾਂ ਕੋਲੋਂ ਹੀ ਸਵਾਲ ਪੁੱਛਿਆ ਜਾ ਸਕਦਾ। ਉਹ ਉਹਨਾਂ ਗੱਲਾਂ ਤੇ ਹੀ ਨਹੀਂ ਆਉਂਦੇ ਹੈਗੇ, ਉਹ ਤਾਂ ਕਿਸੇ ਹੋਰ ਗੱਲਾਂ ਤੇ ਤੁਰੇ ਫਿਰਦੇ ਆ। ਡੱਲਾ ਜੀ, ਇੱਕ ਪਾਸੇ ਜਿੱਥੇ ਕਿਸਾਨਾਂ ਅਤੇ ਕੇਂਦਰ ਦੀਆਂ ਮੀਟਿੰਗਾਂ ਦਾ ਰੇੜਕਾ ਚੱਲ ਰਿਹਾ, ਉਧਰ ਦੂਜੇ ਪਾਸੇ ਜੰਤਰ ਮੰਤਰ ਦੇ ਉੱਤੇ ਪੰਜਾਬ ਦੇ ਕਾਂਗਰਸੀ ਸੰਸਦ ਅਤੇ ਵਿਧਾਇਕ ਬੈਠੇ ਸੀ। ਉਹ ਵੀ ਕਹਿੰਦੇ ਬੀਤੇ ਦਿਨੀ ਜਾ ਕੇ ਪ੍ਰਿਯੰਕਾ ਗਾਂਧੀ ਦੇ ਨਾਲ ਬੈਠਕ ਕਰਕੇ ਆਏ ਨੇ, ਤੇ ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਵੱਡੇ ਐਲਾਨ ਕਰਾਂਗੇ। ਇਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ 32 ਦਿਨਾਂ ਤੋਂ ਕਹਿੰਦੇ ਧਰਨੇ ਤੇ ਬੈਠੇ ਸੀ, ਤੇ ਅੱਜ ਧਰਨਾ ਛੱਡ ਕੇ ਪ੍ਰਿਯੰਕਾ ਗਾਂਧੀ ਦੀ ਕੋਠੀ ਚਲੇ ਗਏ ਹੈ ਜੀ। ਸੋ ਧਰਨੇ ਤੇ ਬੈਠੇ ਨੇ ਤੇ ਧਰਨੇ ਤੇ ਬੈਠੇ ਰਹੋ। ਬੀਬੀ ਪ੍ਰਿਯੰਕਾ ਗਾਂਧੀ ਨੂੰ ਉੱਥੇ ਜਾਣਾ ਚਾਹੀਦਾ ਸੀ। ਜੇ ਰਾਹੁਲ ਗਾਂਧੀ ਇਟਲੀ ਜਾ ਸਕਦਾ ਹੈ ਇਸ ਧਰਨੇ ਦੇ ਮੌਕੇ ਤੇ, ਇਹਦਾ ਮਤਲਬ ਹੈ ਓਡੀ ਗੰਭੀਰਤਾ ਨਹੀਂ ਹੈ। ਬੀਬੀ ਪ੍ਰਿਯੰਕਾ ਗਾਂਧੀ ਨੂੰ ਧਰਨੇ ਵਾਲੀ ਥਾਂ ਤੇ ਜਾਣਾ ਚਾਹੀਦਾ ਸੀ, ਹੈ ਗਗਨ ਜੀ। ਤੁਸੀਂ ਦੇਖੋ ਪ੍ਰਿਯੰਕਾ ਗਾਂਧੀ ਨੂੰ ਮਿਲਣ ਗਏ ਨੇ ਧਰਨਾਕਾਰੀ, ਔਰ ਮੈਂ ਦੇਖਿਆ ਤਸਵੀਰਾਂ ਆਈਆਂ ਨੇ, ਕੁਰਸੀਆਂ ਤੇ ਬੈਠੇ ਨੇ, ਸ਼ਾਇਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ 'ਚ ਬੈਠੇ ਹੋਣਗੇ, ਹੈ ਜੀ, ਜਾਂ ਕਿਸੇ ਦੇ ਘਰ ਉੱਥੇ ਆਪਣੇ ਪੋਲੀਟੀਕਲ ਪਾਰਟੀ ਦੇ ਲੀਡਰ ਦੇ ਘਰ ਬੈਠੇ ਹੋਣਗੇ। ਹੋ ਸਕਦਾ ਪ੍ਰਿਯੰਕਾ ਗਾਂਧੀ ਦੀ ਕੋਠੀ 'ਚ ਬੈਠੇ ਹੋਣ ਜਾਂ ਸੋਨੀਆ ਗਾਂਧੀ ਦੀ ਕੋਠੀ 'ਚ। ਧਰਨੇ ਵਾਲੀ ਥਾਂ ਤੋਂ ਪ੍ਰਿਯੰਕਾ ਗਾਂਧੀ ਨੂੰ ਮਿਲਣ ਗਏ ਨੇ, ਤੇ ਉੱਥੇ ਬੀਬੀ ਪ੍ਰਿਯੰਕਾ ਗਾਂਧੀ ਕਹਿੰਦੀ ਵੀ ਅਸੀਂ ਬਹੁਤ ਵੱਡਾ ਫੈਸਲਾ ਕਰਾਂਗੇ, ਬਹੁਤ ਵੱਡਾ ਐਲਾਨ ਕਰਾਂਗੇ। ਸੋ ਪ੍ਰਿਯੰਕਾ ਗਾਂਧੀ ਨੂੰ ਵੀ ਚਾਹੀਦਾ ਹੈ ਕਿ ਉਹ ਧਰਨੇ ਵਾਲੀ ਥਾਂ ਤੇ ਜਾਂਦੀ ਜਿੱਥੇ ਕਾਂਗਰਸ ਦੇ ਮੰਤਰੀ ਧਰਨੇ ਤੇ ਬੈਠੇ ਨੇ। ਬੀਬੀ ਸੋਨੀਆ ਗਾਂਧੀ ਨੂੰ ਵੀ ਉੱਥੇ ਜਾਣਾ ਚਾਹੀਦਾ ਸੀ, ਰਾਹੁਲ ਗਾਂਧੀ ਨੂੰ ਵੀ ਜਾਣਾ ਚਾਹੀਦਾ ਸੀ। ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਧਰਨੇ ਤੇ ਬੈਠੇ ਨੇ, ਉਹਨਾਂ ਦੇ ਨਾਲ ਤਾਂ ਉੱਥੇ ਜਾ ਕੇ ਖੜੇ ਨਹੀਂ ਵੱਡੇ ਕਾਂਗਰਸੀ ਲੀਡਰ, ਹੈ ਗਗਨ। ਕਿਸਾਨਾਂ ਨਾਲ ਕੀ ਖੜਨਗੇ? ਹੁਣ ਤੁਸੀਂ ਦੇਖੋ, ਮੈਂ ਤਾਂ ਬਾਰ-ਬਾਰ ਕਹਿਣਾ, ਮੈਨੂੰ ਇਹ ਉਮੀਦ ਨਹੀਂ ਸੀ ਕਾਂਗਰਸ ਤੋਂ ਵੀ। ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਹੈ ਕਾਂਗਰਸ। ਦੇਸ਼ ਨੂੰ ਆਜ਼ਾਦ ਕਰਾਉਣ 'ਚ ਕਿੱਡਾ ਵੱਡਾ ਯੋਗਦਾਨ ਕਾਂਗਰਸ ਦਾ ਹੈ। ਹਾਲਾਂਕਿ ਕਾਂਗਰਸ ਤੋਂ ਇਲਾਵਾ ਵੀ ਸਾਡੇ ਬਹੁਤ ਸਾਰੇ ਸ਼ਹੀਦ ਸਾਰੇ ਵਰਗ ਧਰਮਾਂ ਦੇ ਆਏ ਨੇ, ਇਕੱਲੇ ਕਾਂਗਰਸ ਨੇ ਮੁਲਕ ਨਹੀਂ ਆਜ਼ਾਦ ਕਰਾਇਆ, ਇਹ ਵੀ ਆਪਾਂ ਗਲਤ ਨਾ ਸਮਝ ਲਿਓ ਮੇਰੀ ਗੱਲ ਨੂੰ। ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਹੈ ਕਾਂਗਰਸ ਦਾ, ਪਰ ਹੁਣ ਇਸ ਕਿਸਾਨ ਅੰਦੋਲਨ ਨੂੰ ਵਿਰੋਧੀ ਧਿਰ ਨੇ ਜਿਹੜੇ, ਹੈ ਗਗਨ, ਵਿਰੋਧੀ ਧਿਰ ਨੇ ਸਿਆਸੀ ਤੌਰ ਤੇ ਵਰਤਨ ਨੂੰ ਤਾਂ ਫਿਰਦੇ ਨੇ ਕਿਸਾਨ ਅੰਦੋਲਨ ਨੂੰ, ਲੇਕਿਨ ਆਪਣੇ ਪੱਧਰ ਤੇ ਉਹਨਾਂ ਦਾ ਯੋਗਦਾਨ ਕੋਈ ਨਹੀਂ। ਵਿਰੋਧੀ ਧਿਰ ਅਗਰ ਮਜ਼ਬੂਤ ਹੁੰਦਾ ਤੇ ਅੱਜ ਨੌਬਤ ਇੱਥੋਂ ਤੱਕ ਨਹੀਂ ਸੀ ਗਗਨ ਆਣੀ। ਇਹ ਸਾਡੇ ਵਿਰੋਧੀ ਧਿਰ ਦੀ ਕਮਜ਼ੋਰੀ ਹੈ। ਖੈਰ, ਹੁਣ ਪ੍ਰਿਯੰਕਾ ਗਾਂਧੀ ਕਹਿੰਦੀ ਅਸੀਂ ਕੋਈ ਵੱਡਾ ਐਲਾਨ ਕਰਾਂਗੇ, ਉਹਦਾ ਵੀ ਇੰਤਜ਼ਾਰ ਕਰਦੇ ਹਾਂ ਗਗਨ ਕੀ ਐਲਾਨ ਆਉਂਦਾ। ਪਰ ਜਿਹੜੇ ਮਿਲ ਕੇ ਆਏ ਨੇ ਸਾਡੇ ਮੈਂਬਰ ਪਾਰਲੀਮੈਂਟ ਸੋਨੀਆ ਗਾਂਧੀ ਨੂੰ, ਇਹ ਮਾੜਾ ਮਾੜਾ ਤੁਸੀਂ ਇਹਨਾਂ ਦੀ ਗੱਲ ਜ਼ਰੂਰ ਸੁਣਾ ਦਿਓ, ਇਹਨਾਂ ਦੀ ਗੱਲ ਤਾਂ ਕਿ ਇਹਨਾਂ ਦਾ ਪੱਖ ਰੱਖਿਆ ਜਾਵੇ, ਕਿਤੇ ਇਤਰਾਜ਼ ਨਾ ਕਰ ਜਾਣ ਵੀ ਸਾਡੀ ਗੱਲ ਹੀ ਨਹੀਂ ਕਰਦੇ। ਦੇਖੋ ਪ੍ਰਿਯੰਕਾ ਗਾਂਧੀ ਜੀ ਤੇ ਰਾਹੁਲ ਲਗਾਤਾਰ, ਆਖਰ ਉਹਨਾਂ ਦੇ MP ਬੈਠੇ ਨੇ, ਉਹ ਲਗਾਤਾਰ ਇਨ ਟੱਚ ਸੀ ਤੇ ਲਗਾਤਾਰ ਇਹ ਪੁੱਛ ਰਹੇ ਸੀ ਸ਼ੁਰੂ ਤੋਂ ਵੀ ਜਿਹੜਾ ਇਹ ਸਾਨੂੰ ਕਿਸਾਨਾਂ ਨੇ ਕਿਉਂਕਿ ਇਹ ਫੈਸਲਾ ਕੀਤਾ ਸੀ, ਕਿਉਂਕਿ ਇਹ ਸ਼ੁਰੂਆਤ ਤਾਂ ਰਾਹੁਲ ਗਾਂਧੀ ਹੋਣਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ, ਤੇ ਉਹਨਾਂ ਦੇ ਸਵਾਲ ਹੁੰਦੇ ਸੀ ਵੀ ਕੀ ਸਾਨੂੰ ਉੱਥੇ ਐਜੀਟੇਸ਼ਨ 'ਚ ਜਾਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ। ਤੇ ਉਹ ਨਾਲ ਇਹ ਵੀ ਕਹਿੰਦੇ ਸੀ ਵੀ ਜਦੋਂ ਇਹ ਕਿਸਾਨਾਂ ਨੇ ਕਿਹਾ ਹੋਇਆ ਵੀ ਇਹਨੂੰ ਪੋਲੀਟੀਕਲ ਰੰਗ ਨਾ ਦੇਈਏ, ਉਹਨਾਂ ਚਿਰ ਉਹ ਬਿਲਕੁਲ, ਮੈਂ ਸਮਝਦਾ ਪਿਛਲੇ 40 ਦਿਨਾਂ ਤੋਂ 45 ਦਿਨਾਂ ਤੋਂ ਉਹ ਚੁੱਪ ਸੀ, ਉਡੀਕ ਰਹੇ ਸੀ। ਤੇ ਉਹ ਵੀ ਇੱਕ ਮਾਂ ਹੈ, ਉਹ ਵੀ ਇੱਕ ਭੈਣ ਆ, ਤੇ ਰੋਜ਼ ਉਹ ਅੱਜ ਕਹਿੰਦੇ ਵੀ ਮੇਰਾ ਹੁਣ ਸਬਰ ਆ ਜਿਹੜਾ ਉਹ ਟੁੱਟ ਗਿਆ। ਰੋਜ਼ ਇੰਨੀਆਂ ਸ਼ਹਾਦਤਾਂ ਹੋ ਰਹੀਆਂ ਤੇ ਸਰਕਾਰ ਹਿੱਲ ਨਹੀਂ ਰਹੀ। ਤੇ ਕਾਂਗਰਸ ਪਾਰਟੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਜੀ ਬਹੁਤ ਬੜੀ ਇੱਕ ਰਣਨੀਤੀ ਬਣਾ ਕੇ ਵੀ ਕਿਸ ਤਰੀਕੇ ਨਾਲ ਸਰਕਾਰ ਦਾ ਮੂੰਹ ਮੋੜਿਆ ਜਾਵੇ, ਉਹ ਆਉਣ ਵਾਲੇ ਦਿਨਾਂ 'ਚ ਬਣੇਗੀ। ਅੱਜ ਦੀ 8 ਤੋਂ ਬਾਅਦ
ਤੇ ਉਹਦੇ ਨਾਲ ਫੈਸਲਾਕੁਨ ਲੜਾਈ ਆ ਜਿਹੜੀ ਉਹ ਸਰਕਾਰ ਨਾਲ ਕਿਸਾਨਾਂ ਦੀ ਲੜੀ ਜਾਏਗੀ। ਅੱਜ ਬੜੀ ਵਿਸਤਾਰ ਤੇ ਨਾਲ ਲੰਬੀ ਗੱਲਬਾਤ ਹੋਈ ਜਿਹੜੀ ਪ੍ਰਿਯੰਕਾ ਜੀ ਨਾਲ, ਜਿਹੜੀ ਹਿੰਦੁਸਤਾਨ ਸਰਕਾਰ ਦੀ ਨਕਾਰਾਤਮਕ ਨੀਤੀ ਹੈ, ਜਿਹੜੀ ਇਹਨਾਂ ਦੀ ਕਿਸਾਨ ਨੂੰ ਰੋਲਣ ਦੀ, ਕਿਸਾਨ ਨੂੰ ਲੁੱਟਣ ਦੀ, ਕਿਸਾਨ ਨੂੰ ਮਾਰਨ ਦੀ ਨੀਤੀ ਆ, ਉਸ ਬਾਰੇ, ਉਸ ਦੇ ਹੱਲ ਬਾਰੇ ਬੜਾ ਜਿਹੜੀ ਵਧੀਆ ਚਰਚਾ ਹੋਈ। ਪਹਿਲਾਂ ਤਾਂ ਪ੍ਰਿਯੰਕਾ ਜੀ ਨੇ ਜਿਹੜੇ 60 ਲੋਕ ਇਸ ਅੰਦੋਲਨ 'ਚ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਲਈ ਆਪਣੀ ਸਹਾਨੁਭੂਤੀ ਜ਼ਾਹਿਰ ਕੀਤੀ। ਡਾਲਾ ਜੀ, ਗੱਲ ਹਰਸਿਮਰਤ ਕੌਰ ਬਾਦਲ ਅਤੇ ਭਗਵੰਤ ਮਾਨ ਦੀ ਦੋਹੇ ਇੱਕੋ ਸਿਆਸੀ ਕਿਸ਼ਤੀ 'ਚ ਸਵਾਰ ਨੇ ਤੇ ਸਿਆਸੀ ਤੌਰ ਤੇ ਉੱਤੇ ਘੇਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ। ਇਹਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਕਿ ਪਾਰਟੀਆਂ ਦੋਹੋਂ ਵੱਖੋ ਵੱਖਰੀਆਂ ਤੇ ਕੈਪਟਨ ਨੂੰ ਘੇਰਨ ਦਾ ਤਰੀਕਾ ਇੱਕੋ ਜਿਹਾ? ਦੇਖੋ, ਮੈਂ ਅੱਜ ਇਹਨਾਂ ਦੋਨਾਂ ਦੇ ਬਿਆਨ ਸੁਣ ਕੇ ਬੜਾ ਹੈਰਾਨ ਹੋਇਆ, ਬੀਬੀ ਹਰਸਿਮਰਤ ਕੌਰ ਬਾਦਲ ਦੇ ਵੀ ਔਰ ਭਗਵੰਤ ਮਾਨ ਦਾ ਵੀ। ਭਗਵੰਤ ਮਾਨ ਕਹਿੰਦਾ ਕੈਪਟਨ ਅਮਰਿੰਦਰ ਵੀ ਸਿਆਸੀ ਨਾਟਕ ਕਰ ਰਹੇ ਨੇ। ਜਿਹੜੇ ਇਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਕੀਤੇ ਸੀ, ਕਹਿੰਦੇ 79 ਦਿਨ ਹੋ ਗਏ, ਉਹਨਾਂ ਦਾ ਕੀ ਬਣਿਆ? 79-80 ਦਿਨ। ਐਂ ਹੀ ਹਰਸਿਮਰਤ ਬਾਦਲ ਕਹਿੰਦੀ ਹੈ ਵੀ ਕੈਪਟਨ ਅਮਰਿੰਦਰ ਨੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਕੁਝ ਨਹੀਂ ਕੀਤਾ। ਭਗਵੰਤ ਮਾਨ ਵੀ ਕਹਿੰਦਾ ਅੱਜ ਤੱਕ ਉਹ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਪਾਸ ਨਹੀਂ ਕਰਾ ਸਕੇ, ਲਾਗੂ ਨਹੀਂ ਕਰਾ ਸਕੇ। ਹੁਣ ਪਹਿਲਾਂ ਤਾਂ ਹਰਸਿਮਰਤ ਕੌਰ ਬਾਦਲ ਤੇ ਭਗਵੰਤ ਮਾਨ ਨੂੰ ਸਵਾਲ ਬਣਦਾ ਹੈ ਗਗਨ। ਹਾਲਾਂਕਿ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਦੇ ਵਿੱਚ ਮੋਦੀ ਸਾਹਿਬ ਦੇ ਅੱਗੇ ਪਾਰਲੀਮੈਂਟ ਦੇ ਵਿੱਚ ਹੱਕ ਦੀ ਆਵਾਜ਼ ਬੁਲੰਦ ਕੀਤੀ ਸੀ, ਉਹਦੇ ਲਈ ਉਹਦਾ ਧੰਨਵਾਦ ਹੈ। ਕੋਈ ਬਹੁਤਾ ਇਸ ਤੋਂ ਇਲਾਵਾ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਨੇ ਕੋਈ ਉਸਾਰੂ ਯੋਗਦਾਨ ਪਾਇਆ ਨਹੀਂ। ਦੇਖੋ, ਮੈਂ ਵਾਰ-ਵਾਰ ਕਹਿ ਰਿਹਾ ਸੀ ਕਿ ਜਦੋਂ ਦਾ ਇਹ ਅੰਦੋਲਨ ਚੱਲ ਰਿਹਾ ਹੈ, ਇਹ ਲਗਾਤਾਰ ਮੰਗ ਸ਼ਾਮਲ ਕੀਤੀ ਜਾਵੇ ਕਿ ਜਿਹੜੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਕੀਤੇ ਗਏ ਨੇ, ਮਤੇ ਪਾਸ ਕੀਤੇ ਗਏ ਨੇ, ਸੋਧ ਬਿੱਲ ਪਾਸ ਕੀਤੇ ਗਏ ਨੇ, ਅਸੀਂ ਦਬਾਅ ਬਣਾਈਏ ਕਿ ਉਹ ਵੀ ਗਵਰਨਰ ਸਾਹਿਬ ਉਹਨਾਂ 'ਤੇ ਮੋਹਰ ਲਾਉਣ, ਰਾਸ਼ਟਰਪਤੀ ਤੋਂ ਵੀ ਉਹਨਾਂ ਦੀ ਮਨਜ਼ੂਰੀ ਲਓ, ਕਿਉਂਕਿ ਜਿਹੜੇ ਸੋਧ ਮਤੇ ਨੇ ਉਹਨਾਂ 'ਤੇ ਰਾਸ਼ਟਰਪਤੀ ਤੋਂ ਵੀ ਮਨਜ਼ੂਰੀ ਜ਼ਰੂਰੀ ਹੈ। ਜਿਹੜੇ ਪੰਜਾਬ ਦੇ ਆਪਣੇ ਕਾਨੂੰਨ ਨੇ ਉਹ ਤਾਂ ਗਵਰਨਰ ਤੋਂ ਹੀ ਹਾਂ ਨਾ ਹੋ ਜਾਂਦੀ ਹੈ ਗਗਨ। ਪਰ ਜਿਹੜੇ ਕੇਂਦਰ ਦੇ ਖੇਤੀ ਕਾਨੂੰਨਾਂ 'ਚ ਸੋਧ ਮਤੇ ਨੇ ਉਹ ਰਾਸ਼ਟਰਪਤੀ ਤੋਂ ਪਾਸ ਹੋਣੇ ਨੇ। ਔਰ ਗਗਨ, ਅਗਰ ਸੋਧ ਮਤੇ ਪਾਸ ਹੋ ਜਾਂਦੇ ਪੰਜਾਬ ਦੀ ਵਿਧਾਨ ਸਭਾ ਦੇ ਪਾਸ ਕੀਤੇ, ਤੇ ਫਿਰ ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਪੰਜਾਬ 'ਚ ਰੋਕਿਆ ਜਾ ਸਕਦਾ ਸੀ। ਹੁਣ ਤਾਂ ਗੱਲ ਦੁਚਿੱਤੀ ਵਾਲੀ ਹੈ। ਕੈਪਟਨ ਅਮਰਿੰਦਰ ਕਹਿੰਦਾ ਨਹੀਂ ਲਾਗੂ, ਇਹਨਾਂ ਦਾ ਇੱਕ ਮੰਤਰੀ ਕਹਿੰਦਾ ਸੀ ਲਾਗੂ, ਵਿਰੋਧੀ ਧਿਰ ਵਾਲੇ, ਆਪ ਵਾਲੇ, ਅਕਾਲੀ ਦਲ ਵਾਲੇ ਕਹਿੰਦੇ ਪੰਜਾਬ 'ਚ ਤਿੰਨੇ ਕਾਨੂੰਨ ਲਾਗੂ। ਹੁਣ ਪਹਿਲੀ ਗੱਲ ਤਾਂ ਪੰਜਾਬ 'ਚ ਇਹ ਵੀ ਨਵਾਂ ਰੌਲਾ ਛਿੜ ਗਿਆ ਵੀ ਇੱਥੇ ਕਾਨੂੰਨ ਲਾਗੂ ਹੈਗੇ ਨੇ ਜਾਂ ਨਹੀਂ ਹੈਗੇ। ਹਾਂਜੀ, ਇਹ ਤਾਂ ਹੁਣ ਕੋਈ RTI ਲੱਗੇ, ਹੁਣ ਰੱਬ ਸੁੱਖ ਰੱਖੇ, ਹੁਣ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਸੱਚਾ ਕੌਣ ਹੈ, ਝੂਠਾ ਕੌਣ। ਇੱਕ ਦਿਨ ਕਹਿੰਦੇ ਲਾਗੂ, ਅਗਲੇ ਦਿਨ ਵੱਡਾ ਲੀਡਰ ਕਹਿੰਦਾ ਨਹੀਂ ਲਾਗੂ। ਹਾਂਜੀ, ਉਹ ਵਿਰੋਧੀ ਧਿਰ ਵਾਲੇ ਨਾਲ ਹੀ ਆ ਗਏ, ਉਹ ਕਹਿੰਦੇ ਲਾਗੂ। ਹੁਣ ਹਰਸਿਮਰਤ ਤੇ ਭਗਵੰਤ ਮਾਨ ਕੈਪਟਨ ਅਮਰਿੰਦਰ ਨੂੰ ਕਹਿੰਦੇ ਵੀ ਪਾਸ ਨਹੀਂ ਕਰਾਏ, ਲਾਗੂ ਨਹੀਂ ਕਰਾਏ। ਔਰ ਥੋੜੇ ਦਿਨਾਂ ਤੱਕ ਦੇ ਲਗਾਤਾਰ ਇਹ ਕਹੀ ਜਾਂਦੇ ਸੀ ਵੀ ਇਹ ਕਾਨੂੰਨ ਅੱਖਾਂ 'ਚ ਧੋਖਾ ਨੇ। ਸੁਖਬੀਰ ਬਾਦਲ ਵੀ ਕਹਿੰਦਾ ਸੀ ਵੀ ਕੈਪਟਨ ਅਮਰਿੰਦਰ ਨੇ ਜਿਹੜੇ ਵਿਧਾਨ ਸਭਾ 'ਚ ਪਾਸ ਕੀਤੇ ਨੇ ਉਹ ਨਿਰਾ ਧੋਖਾ ਹੈ, ਉਹ ਅੱਖਾਂ 'ਚ ਘੱਟਾ ਪਾਤਾ, ਕਿਸਾਨਾਂ ਨਾਲ ਧੋਖਾ ਕਮਾਤਾ। ਵੀ ਜੇ ਕੈਪਟਨ ਅਮਰਿੰਦਰ ਨੇ ਕਿਸਾਨਾਂ ਨਾਲ ਧੋਖਾ ਕਮਾਤਾ, ਅਗਰ ਵਿਧਾਨ ਸਭਾ ਦੇ ਪਾਸ ਕੀਤੇ ਗਏ ਕਾਨੂੰਨ ਫਰਜ਼ੀ ਨੇ, ਫੇਲ ਨੇ, ਜਿਵੇਂ ਲੀਡਰ ਕਹਿੰਦੇ ਸੀ ਸਾਰੇ ਲਗਾਤਾਰ ਸ਼ੁਰੂ ਹੋ ਗਏ ਸੀ ਵੀ ਗੁੰਮਰਾਹ ਕਰਕੇ ਵਿਧਾਨ ਸਭਾ 'ਚ ਇਹ ਪਾਸ ਕਰਾ ਗਏ ਜੀ, ਉੱਥੇ ਇਹ ਜਮਾਂ ਧੋਖਾ ਨੇ, ਤੇ ਫਿਰ ਇਹ ਕਿਉਂ ਪੁੱਛਦੇ ਹੋ ਵੀ ਲਾਗੂ ਨਹੀਂ ਕਰਾਏ? ਜੇ ਉਹ ਹੈ ਹੀ ਕੁਛ ਨਹੀਂ, ਜੇ ਉਹ ਧੋਖਾ ਨੇ, ਤੇ ਆਪਾਂ ਧੋਖਾ ਲਾਗੂ ਕਰਾ ਦਈਏ ਪੰਜਾਬ 'ਚ, ਹੈ ਜੀ। ਤੁਸੀਂ ਮੈਨੂੰ ਅਸਲ 'ਚ ਕੀ ਹੈ ਕਿ ਸਿਆਸਤ ਦਾ ਕੋਈ ਪੱਧਰ ਨਹੀਂ ਰਹਿ ਗਿਆ ਗਗਨ, ਸਿਆਸਤ ਦਾ ਪੱਧਰ ਨਹੀਂ ਰਹਿ ਗਿਆ। ਹੁਣ ਅਸਲ 'ਚ ਹਕੀਕਤ ਕੀ ਹੈ? ਹਕੀਕਤ ਇਹ ਹੈ ਕਿ ਇਸ ਖੇਤੀ ਕਾਨੂੰਨ ਦੇ ਅੰਦੋਲਨ ਨੇ, ਕਿਸਾਨਾਂ ਦੇ ਇਸ ਅੰਦੋਲਨ ਨੇ ਪੋਲੀਟੀਕਲ ਪਾਰਟੀਆਂ, ਵਿਰੋਧੀ ਧਿਰਾਂ ਨੂੰ ਲਗਭਗ ਵਿਹਲਾ ਕਰਤਾ। ਪੰਜਾਬ 'ਚ ਕਾਂਗਰਸ ਵਾਲੇ ਵੀ ਲਗਭਗ ਵਿਹਲੇ ਨੇ, ਸਿਵਾਏ ਉੱਥੇ ਜੰਤਰ ਮੰਤਰ ਤੇ ਧਰਨੇ ਤੋਂ। ਕੀ ਕਰ ਰਹੀਆਂ ਨੇ ਪੋਲੀਟੀਕਲ ਪਾਰਟੀਆਂ, ਦੱਸੋ ਗਗਨ? ਚਲੋ ਕੁਝ ਲੀਡਰ ਨੇ ਆਪਣੇ ਆਪਣੇ ਹਲਕਿਆਂ ਦੇ ਲੋਕਾਂ ਲਈ ਉੱਥੇ ਸੇਵਾ ਕਰਦੇ ਹੋਣਗੇ ਸਿੰਘੂ ਬਾਰਡਰ ਜਾ ਕੇ, ਉਹ ਤਾਂ ਇੱਕ ਸਿਆਸਤ ਦਾ ਹਿੱਸਾ ਰਹਿ ਗਿਆ ਨਾ, ਸੇਵਾ ਦਾ ਹਿੱਸਾ। ਹੱਕ ਕਿਸਾਨਾਂ ਦਾ ਦਿਵਾਉਣ ਲਈ ਕੀ ਕਰ ਰਹੇ ਨੇ ਦੱਸੋ? ਪੰਜਾਬ ਦੀਆਂ ਅਕਾਲੀ ਦਲ ਕੀ ਕਰ ਰਿਹਾ ਜੀ, ਦੱਸੋ? ਸਿੰਘੂ ਬਾਰਡਰ ਸੇਵਾ ਕਰਦੇ ਹੋਣਗੇ, ਠੀਕ ਹੈ, ਕੀ ਕਰ ਰਿਹਾ? ਨਾ ਕਿਸੇ ਕੋਲੇ ਕਾਨੂੰਨੀ ਰਾਹ ਬਚਿਆ, ਨਾ ਇਹਨਾਂ ਨੇ ਮੈਂਬਰ ਪਾਰਲੀਮੈਂਟੀਆਂ ਤੋਂ ਪਾਰਲੀਮੈਂਟ ਤੋਂ ਅਸਤੀਫੇ ਦਿੱਤੇ ਨੇ, ਜਾਂ ਤਾਂ ਤੁਸੀਂ ਐਡੇ ਵੱਡੇ ਹਮਦਰਦ ਹੋ ਤੇ ਸਾਰੇ ਪਾਰਲੀਮੈਂਟ ਦੀਆਂ ਸੀਟਾਂ ਤੋਂ ਅਸਤੀਫਾ ਦਿਓ ਤਾਂ ਕਿ ਪੂਰੇ ਮੁਲਕ 'ਚ ਇੱਕ ਮਾਹੌਲ ਬਣੇ। ਮੈਂ ਕਹਿੰਦਾ ਜੇ ਪੰਜਾਬ ਵਾਲੇ 13 ਦੇ 13 MP ਗਗਨ ਅਸਤੀਫਾ ਦੇ ਦੇਣ, ਲਓ ਹਰਿਆਣੇ 'ਚ ਵੀ ਦਬਾਅ ਬਣ ਜਾਣਾ, JJP ਵਾਲੇ ਨੇ ਤੁਰੰਤ BJP ਦਾ ਸਾਥ ਛੱਡਣਾ।
ਜੇ ਪੰਜਾਬ ਦੇ 11 ਮੈਂਬਰ ਪਾਰਲੀਮੈਂਟ ਅਸਤੀਫਾ ਦੇ ਦੇਣ, ਹਰਿਆਣੇ 'ਚ ਦਬਾਅ ਬਣ ਜਾਣਾ ਕਿਸਾਨਾਂ ਦਾ ਉੱਥੋਂ ਦੇ ਸਿਆਸਤ ਤੇ। ਉੱਥੇ ਕੋਈ ਵੱਡੀ ਗੱਲ ਨਹੀਂ, ਜੇਜੇਪੀ ਦਾ ਸਮਰਥਨ ਹੈ ਖੱਟੜ ਦੀ ਸਰਕਾਰ ਨੂੰ, ਹੈ ਜੀ। ਉਹ ਚੌਟਾਲਿਆਂ ਦਾ ਜਿਹੜਾ ਪੁੱਤਰ ਹੈ ਦਿਗਵਿਜੇ ਦੁਸ਼ਯੰਤ ਚੌਟਾਲਾ। ਸੋ ਦੁਸ਼ਯੰਤ ਚੌਟਾਲੇ ਦੇ ਨਾਲ ਦੇ ਐਮਐਲਏ ਨੇ ਅਸਤੀਫੇ ਦੇ ਦੇਣੇ ਆ, ਉੱਥੇ ਸਰਕਾਰ ਡਿੱਗ ਜਾਣੀ ਹੈ ਬੀਜੇਪੀ ਦੀ। ਪੰਜਾਬ ਦੇ 13 ਐਮਪੀ ਚੋਂ 11 ਅਸਤੀਫਾ ਦੇ ਦੇਣ, ਹਰਿਆਣੇ 'ਚ ਵੀ ਦਬਾਅ ਬਣ ਜਾਣਾ ਸਰਕਾਰ ਤੇ। ਪਰ ਇੱਥੇ ਕਿਸੇ 'ਚ ਹਿੰਮਤ ਹੀ ਨਹੀਂ ਵੀ ਅਸੀਂ ਆਪਣੇ ਅਸਤੀਫੇ ਦੇ ਦਈਏ। ਇਹ ਸਵਾਲ ਪੁੱਛਣ ਦੀ ਬਜਾਏ ਕਿ ਕੈਪਟਨ ਅਮਰਿੰਦਰ ਨੇ ਕੀ ਕੀਤਾ ਹੈ, ਮੈਂਬਰ ਪਾਰਲੀਮੈਂਟਾਂ ਨੂੰ ਅਸਤੀਫਾ ਦੇਣਾ ਚਾਹੀਦਾ। ਪਹਿਲੀ ਜ਼ਿੰਮੇਵਾਰੀ ਮੈਂਬਰ ਪਾਰਲੀਮੈਂਟਾਂ ਦੀ ਹੈ। ਹਾਂ, ਕੈਪਟਨ ਅਮਰਿੰਦਰ ਦੀ ਵੀ ਜ਼ਿੰਮੇਵਾਰੀ ਹੈ। ਕੈਪਟਨ ਅਮਰਿੰਦਰ ਨੇ ਜਿਹੜੇ ਮਤੇ ਪਾਸ ਕੀਤੇ, ਕਾਨੂੰਨ ਪਾਸ ਕੀਤੇ, ਕੈਪਟਨ ਅਮਰਿੰਦਰ ਬਾਰ-ਬਾਰ ਸਮਝਾਵੇ ਕਿਸਾਨਾਂ ਨੂੰ ਵੀ, ਜਾ ਕੇ ਕਿਸਾਨਾਂ ਨੂੰ ਮੀਟਿੰਗ ਕਰਕੇ ਕਵੇ ਵੀ ਇਹ ਵੀ ਮੰਗ ਤੁਸੀਂ ਰੱਖੋ। ਔਰ ਮੈਂ ਪਿਛਲੇ ਲੰਮੇ ਸਮੇਂ ਤੋਂ ਗਗਨ ਕਹਿ ਰਿਹਾ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਮੰਗ ਸ਼ਾਮਲ ਕਰਨੀ ਚਾਹੀਦੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਸੋਧ ਮਤੇ ਤਾਂ ਤੁਸੀਂ ਪਾਸ ਕਰਾਓ ਸਾਡੇ। ਅਗਰ ਸੁਪਰੀਮ ਕੋਰਟ 'ਚ ਪਾਰਟੀ ਬਣਦੇ ਨੇ ਸਾਡੇ ਕਿਸਾਨ, ਆ ਪੰਜਾਬ ਦੀ ਵਿਧਾਨ ਸਭਾ ਦੇ ਮਤਿਆਂ ਦੇ ਮਾਮਲੇ ਤੇ ਵੀ ਗੱਲ ਸੁਪਰੀਮ ਕੋਰਟ ਲਿਜਾਈ ਜਾ ਸਕਦੀ ਹੈ। ਅੱਜ ਕਿਹਾ ਵੀ ਹੈ ਇਹਨਾਂ ਨੇ, ਭਗਵੰਤ ਮਾਨ ਨੇ ਔਰ ਹਰਸਿਮਰਤ ਬਾਦਲ ਨੇ, ਵੀ ਕੈਪਟਨ ਅਮਰਿੰਦਰ ਤਾਂ ਕਹਿੰਦੇ ਸੀ ਅਸੀਂ ਕਾਨੂੰਨੀ ਰਾਹ ਲੱਭਾਂਗੇ। ਇਹ ਗੱਲ ਠੀਕ ਹੈ ਵੀ ਕੈਪਟਨ ਅਮਰਿੰਦਰ ਨੇ ਹਾਲੇ ਤੱਕ ਕਾਨੂੰਨੀ ਰਾਹ ਨਹੀਂ ਲੱਭਿਆ। ਕੈਪਟਨ ਅਮਰਿੰਦਰ ਨੂੰ ਕਾਨੂੰਨੀ ਰਾਹ ਲੱਭਣਾ ਚਾਹੀਦਾ ਹੈ ਔਰ ਕਿਸਾਨਾਂ ਦੀ ਮਰਜ਼ੀ ਦੇ ਨਾਲ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ ਹੈ, ਜਿਹੜੇ ਪੰਜਾਬ ਵਾਲੇ ਮਤੇ ਸੋਧ ਮਤੇ ਨੇ ਉਹਨਾਂ ਦੇ ਮਾਮਲੇ 'ਚ। ਗਗਨ, ਮੈਂ ਬਾਰ-ਬਾਰ ਕਹਿਣਾ, ਅਸੀਂ ਰਾਜਨੀਤਿਕ ਤੌਰ ਤੇ ਕਈ ਵਾਰੀ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾ ਦਿੰਦੀਆਂ ਨੇ। ਇਹ ਨਾ ਸੋਚੋ ਜਿਹੜੇ ਮਤੇ ਪਾਸ ਹੋਏ ਸੀ ਵਿਧਾਨ ਸਭਾ 'ਚ ਉਹ ਕੈਪਟਨ ਅਮਰਿੰਦਰ ਦੇ ਸੀ। ਇਹ ਸੋਚੋ ਪੰਜਾਬ ਦੀ ਵਿਧਾਨ ਸਭਾ ਦੇ ਮਤੇ ਸੀ, ਉਹਦੇ 'ਚ ਅਕਾਲੀ ਦਲ ਵੀ ਸੀ, ਆਪ ਵੀ ਸੀ, ਆ ਲਿਪ ਵਾਲੇ ਵੀ ਸੀ। ਉਹਨਾਂ ਮਤਿਆਂ ਤੇ ਵੀ ਪਹਿਰਾ ਦੇਣ ਦੀ ਲੋੜ ਹੈ, ਕਿਉਂਕਿ ਅਗਰ ਉਹ ਮਤੇ ਸਾਡੇ ਕਾਨੂੰਨ ਬਣ ਜਾਂਦੇ ਨੇ ਪਾਸ ਕੀਤੇ ਹੋਏ, ਤੇ ਭਾਵੇਂ ਖੇਤੀ ਕਾਨੂੰਨ ਰੱਦ ਨਾ ਹੋਣ, ਸਾਡਾ ਬਹੁਤ ਵੱਡਾ ਉਹਦੇ ਨਾਲ ਇੱਕ ਆਸਰਾ ਸਾਡੇ ਲਈ ਬਣੂਗਾ। ਮੇਰੀ ਗੱਲ ਕੌੜੀ ਲੱਗ ਸਕਦੀ ਕੁਝ ਲੋਕਾਂ ਨੂੰ, ਪਰ ਹਕੀਕਤ ਇਹੀ ਹੈ ਕਿ ਅਸੀਂ ਆਪਣੀ ਵਿਧਾਨ ਸਭਾ ਦੇ ਪਾਸ ਕੀਤੇ ਗਏ ਕਾਨੂੰਨਾਂ ਦੀ ਵੀ ਪਹਿਰੇਦਾਰੀ ਨਾਲ ਕਰੀਏ। 3 ਖੇਤੀ ਕਾਨੂੰਨ ਰੱਦ ਕਰਨ ਦਾ ਅਗਰ ਅੰਦੋਲਨ ਹੈ, ਤੇ ਇਹ 3 ਸੋਧ ਮਤੇ ਔਰ ਸਾਡੇ ਖੇਤੀ ਕਾਨੂੰਨ ਪਾਸ ਕਰਾਉਣ ਦਾ ਅੰਦੋਲਨ ਵੀ ਨਾਲ ਉਹਦੇ ਮੰਗਾਂ ਉਹਨਾਂ 'ਚ ਸ਼ਾਮਲ ਕਰ ਲੈਣੀਆਂ ਚਾਹੀਦੀਆਂ। ਉਹਦੇ ਨਾਲ ਪੰਜਾਬ ਦਾ ਬਹੁਤ ਫਾਇਦਾ ਹੋਊਗਾ। ਗਗਨ ਤੇ ਡੱਲਾ ਜੀ, ਜਾਂਦੇ ਜਾਂਦੇ ਟਿੱਪਣੀ ਨਵਜੋਤ ਸਿੰਘ ਸਿੱਧੂ ਤੇ ਜ਼ਰੂਰ ਲਾਵਾਂਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਵੇਖ ਰਹੇ ਹੋ, ਜੋ ਟਵੀਟ ਨਵਜੋਤ ਸਿੱਧੂ ਦਾ ਆਇਆ ਹੈ ਐਮਐਸਪੀ ਨੂੰ ਲੈ ਕੇ। ਦੇਖੋ, ਨਵਜੋਤ ਸਿੰਘ ਸਿੱਧੂ ਦਾ ਮੈਂ ਜਿੰਨਾ ਦਖਲ ਦੇਖਿਆ, ਦੇਖੋ ਨਵਜੋਤ ਸਿੰਘ ਸਿੱਧੂ ਨੇ ਥੋੜੀ ਜਿਹੀ ਵੱਖਰੀ ਤਰ੍ਹਾਂ ਦੀ ਗੱਲ ਕੀਤੀ ਹੈ। ਨਵਜੋਤ ਸਿੰਘ ਸਿੱਧੂ ਗੱਲ ਕੀ ਕਰ ਰਿਹਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਖੇਤੀ ਕਾਨੂੰਨ ਬਣਾਈਏ। ਹੁਣ ਤੁਸੀਂ ਦੇਖੋ, ਕੇਂਦਰ ਵਾਲੇ ਤਾਂ ਅੜੇ ਪਏ ਨੇ, ਉਹ ਕਹਿੰਦੇ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਜੇ ਅੱਜ ਸਾਡੇ ਪੰਜਾਬ ਦੇ ਆਪਣੇ ਖੇਤੀ ਕਾਨੂੰਨ ਹੁੰਦੇ, ਸਾਨੂੰ ਲੋੜ ਹੀ ਨਹੀਂ ਸੀ। ਸਾਡੇ ਆਪਣੇ ਖੇਤੀ ਕਾਨੂੰਨ ਹੁੰਦੇ, ਆ ਚਾਹੇ ਸੋਧ ਮਤੇ ਪਾਸ ਹੋ ਜਾਂਦੇ ਜਾਂ ਸਾਡੇ ਆਪਣੇ ਐਮਐਸਪੀ ਦੇ ਕਾਨੂੰਨ ਬਣੇ ਹੁੰਦੇ, ਤੇ ਸਾਨੂੰ ਕੀ ਦਿੱਕਤ ਸੀ। ਸਿੱਧੂ ਉਹੀ ਗੱਲ ਕਰ ਰਿਹਾ ਕਿ ਅਸੀਂ ਪੰਜਾਬ ਦਾ ਸਾਰਾ ਉਤਪਾਦਨ ਬਾਹਰ ਵੇਚ ਆਉਂਦੇ ਹਾਂ। ਅਸੀਂ ਆਪਣਾ ਜਿਹੜਾ ਅਸੀਂ ਪੰਜਾਬ 'ਚ ਵੀ ਖਾਂਦੇ ਹਾਂ ਨਾ ਗਗਨ, ਭਾਵੇਂ ਸਬਜ਼ੀਆਂ ਨੇ, ਫਲ ਨੇ, ਰਾਸ਼ਨ ਨੇ, ਉਹ ਸਾਨੂੰ ਹੁਣ ਪੰਜਾਬ 'ਚੋਂ ਬਾਹਰੋਂ ਹੀ ਜ਼ਿਆਦਾਤਰ ਆਉਂਦਾ, ਕਿਉਂਕਿ ਅਸੀਂ ਤਾਂ ਸਾਰਾ ਕੁਝ ਬਾਹਰ ਹੀ ਭੇਜ ਦਿੰਦੇ ਹਾਂ। ਸਿੱਧੂ ਦੇ ਮਾਡਲ ਦੀ ਇਹੀ ਗੱਲ ਸੀ। ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹ ਕਹਿੰਦਾ ਰਿਹਾ ਕਿ ਅਸੀਂ ਸਹਿਕਾਰਤਾ ਦੇ ਤੌਰ ਤੇ ਕੰਮ ਕਰੀਏ। ਜਿਵੇਂ ਪੰਜਾਬ ਦਾ ਵੇਰਕਾ ਦਾ ਦੁੱਧ ਹੈ, ਮਿਲਕ ਫੈਡ ਦਾ ਦੁੱਧ ਹੈ, ਦੇਸੀ ਘਿਓ ਹੈ, ਸਾਗ ਹੈ, ਉਹ ਪੰਜਾਬ 'ਚੋਂ ਹੀ ਬਾਹਰ ਜਾਂਦਾ, ਤੇ ਅਸੀਂ ਵੀ ਉਹੀ ਪੀਂਦੇ ਹਾਂ ਦੁੱਧ, ਘਿਓ ਵੀ ਉਹੀ ਖਾਂਦੇ ਹਾਂ, ਹੈ ਜੀ। ਸੋਹਣਾ ਦੇਸੀ ਘਿਓ ਪੰਜਾਬ ਦਾ, ਇਹੀ ਡੱਬੇ ਤੇ ਲਿਖਿਆ ਹੁੰਦਾ ਨਾ ਮਿਲਕ ਫੈਡ ਵਾਲੇ ਤੇ। ਵੇਰਕਾ ਵਾਲਾ ਵੀ ਸੀ, ਦੇਸੀ ਘਿਓ ਪੰਜਾਬ ਦਾ ਵੇਰਕਾ ਦੀ, ਉਹ ਬਹੁਤ ਸੋਹਣੀ ਜੀ ਫੋਟੋ ਵੀ ਬਣੀ ਹੁੰਦੀ ਡੱਬੇ ਤੇ। ਚਿੱਟਾ ਜਿਹਾ ਡੱਬਾ ਕਿਲੋ ਦਾ ਮੈਂ ਕਾਲਜ ਪੜ੍ਹਦੇ ਹੋਏ ਨਾਲ ਲੈ ਕੇ ਬੈਗ 'ਚ ਹੋਸਟਲ 'ਚ ਲੈ ਕੇ ਜਾਂਦਾ ਸੀ। ਸੋ ਉਸੇ ਤਰ੍ਹਾਂ ਦੀ ਵਿਉਂਤਬੰਦੀ ਹੁਣ ਮੈਂ ਸਿੱਧੂ ਦੀ ਗੱਲ ਕਰ ਲਾਂ, ਸਿੱਧੂ ਦੇ ਰਿਹਾ। ਸਿੱਧੂ ਕਹਿੰਦਾ ਅਸੀਂ ਪੰਜਾਬ ਦੀ ਸਾਰੀ ਉਪਜ ਨੂੰ ਪਹਿਲਾਂ ਪੰਜਾਬ 'ਚ ਆਪਣੇ ਪੱਧਰ ਤੇ ਖਪਾਉਣ ਲਈ ਤਾਂ ਕਾਨੂੰਨ ਬਣਾ ਲਈਏ ਕਿ ਪੰਜਾਬ ਦੀਆਂ ਸਬਜ਼ੀਆਂ ਨੂੰ ਅਸੀਂ ਪੂਰੇ ਪੰਜਾਬ 'ਚ ਕਿਵੇਂ ਵਰਤੀਏ, ਉਹ ਪੰਜਾਬ 'ਚ ਹੀ ਕਿਵੇਂ ਵਿਕਣ, ਸਹਿਕਾਰਤਾ ਦੀ ਲਹਿਰ ਖੜੀ ਹੋਵੇ, ਕਣਕ, ਝੋਨਾ, ਮਿਲਕ ਪਲਾਂਟ ਵੇਰਕਾ ਦੇ ਦੁੱਧ ਵਾਂਗ ਇਕੱਠਾ ਕਰਕੇ ਕਿਵੇਂ ਵੇਚਿਆ ਜਾ ਸਕਦਾ ਬਾਹਰ। ਇਹ ਪਲੈਨਿੰਗ ਕਰਨੀ ਪੈਣੀ ਹੈ। ਗਗਨ, ਮੈਂ 2 ਗੱਲਾਂ ਕਰੂੰਗਾ ਅੱਜ ਦਾ, ਮੈਨੂੰ ਲੱਗਦਾ ਤੁਹਾਡਾ ਆਖਰੀ ਉਹ ਸਵਾਲ ਹੈ। 2 ਗੱਲਾਂ ਕਰੂੰਗਾ। ਸਾਡੇ ਜਿੰਨੇ ਵੱਡੇ ਲੀਡਰ ਨੇ, ਜਿਨ੍ਹਾਂ ਦੇ ਵੀ ਕਾਰੋਬਾਰ ਨੇ, ਉਹਨਾਂ ਦੇ ਸਾਰਿਆਂ ਦੇ ਕਾਰੋਬਾਰ ਚੱਲਦੇ ਨੇ। ਕੇਂਦਰੀ ਮੰਤਰੀਆਂ ਤੋਂ ਲੈ ਲਓ, ਕੇਂਦਰੀ ਮੰਤਰੀਆਂ ਦੇ ਵੀ ਜਿੰਨੇ ਪਰਿਵਾਰਾਂ ਦੇ ਬਿਜ਼ਨਸ ਨੇ, ਸਾਰਿਆਂ ਦੇ ਚੱਲਦੇ ਆ। ਬਿਜ਼ਨਸ ਨਹੀਂ ਕਿਸੇ ਦਾ ਫੇਲ ਹੋਇਆ। ਆ ਪੰਜਾਬ 'ਚ ਵੀ ਜਿਹੜੇ ਵੱਡੇ ਲੀਡਰ ਕਾਰੋਬਾਰ ਕਰਦੇ ਨੇ, ਜਿਨ੍ਹਾਂ ਦੀਆਂ ਫੈਕਟਰੀਆਂ ਨੇ, ਜਿਨ੍ਹਾਂ ਦੀਆਂ ਬੱਸਾਂ ਨੇ, ਜਿਨ੍ਹਾਂ ਦੇ ਹੋਟਲ ਨੇ, ਜਿਨ੍ਹਾਂ ਦੇ ਸ਼ਰਾਬ ਦੇ ਕੰਮ ਨੇ,
ਤੁਸੀਂ ਕੋਈ ਸੁਸਾਈਡ ਕਰਦਾ ਦੇਖਿਆ? ਕਿਸਾਨ ਤਾਂ ਆਪਾਂ ਰੋਜ਼ ਖਬਰ ਪੜ੍ਹ ਲੈਂਦੇ ਹਾਂ ਅਖਬਾਰ 'ਚ, ਕੋਈ ਲੀਡਰ ਸੁਸਾਈਡ ਕਰਦਾ ਦੇਖਿਆ? ਇਹਨਾਂ ਦੇ ਕੰਮ ਕਿਉਂ ਨਹੀਂ ਫੇਲ ਹੁੰਦੇ ਹੈ ਗਗਨ? ਨਾ ਬੱਸਾਂ ਫੇਲ ਹੋਣ, ਨਾ ਹੋਟਲ ਫੇਲ ਹੋਣ, ਨਾ ਸ਼ਰਾਬ ਦੇ ਠੇਕੇ ਇਹਨਾਂ ਦੇ ਫੇਲ ਹੋਣ, ਇਹਨਾਂ ਦਾ ਕੋਈ ਕਾਰੋਬਾਰ ਨਹੀਂ ਫੇਲ ਹੁੰਦਾ। ਕਿਉਂ? ਕਿਉਂਕਿ ਉਹ ਇਹਨਾਂ ਨੂੰ ਇਹ ਲੱਗਦਾ ਵੀ ਸਾਡਾ ਆਪਣਾ ਕਾਰੋਬਾਰ ਹੈ। ਤੇ ਉਹੀ ਸਿੱਧੂ ਕਹਿ ਰਿਹਾ ਹੈ ਵੀ ਸਾਡੀ ਸਰਕਾਰ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਸਬਜ਼ੀਆਂ ਦਾ, ਅਨਾਜ ਦਾ ਕਾਰੋਬਾਰ ਸਰਕਾਰ ਦਾ ਸਾਡਾ ਆਪਣਾ ਕਾਰੋਬਾਰ ਹੈ। ਉਹ ਸਰਕਾਰ ਉਹਨੂੰ ਹਜੇ ਆਪਣਾ ਨਹੀਂ ਮੰਨ ਰਹੀ। ਸਰਕਾਰ ਨੂੰ ਇਹ ਹੁੰਦਾ ਵੀ ਕੇਂਦਰ ਕੈਸ਼ ਕ੍ਰੈਡਿਟ ਲਿਮਿਟ ਦੇ ਦੂਗਾ ਤੇ FCI ਵਾਲੇ ਚੱਕ ਕੇ ਲੈ ਜਾਣਗੇ, ਸਾਡੇ ਮੰਤਰੀ ਨਾਲ ਲੱਗਣਗੇ, ਮੰਡੀਆਂ ਦਾ ਪ੍ਰਬੰਧ ਹੈਗਾ, ਅਸੀਂ ਚੁਕਾ ਕੇ ਲਿਫਟ ਕਰਾ ਦਿਆਂਗੇ। ਜੇ ਮੰਤਰੀਆਂ ਦੀਆਂ ਆਪਣੀਆਂ ਫੈਕਟਰੀਆਂ, ਆਪਣੀਆਂ ਬੱਸਾਂ, ਆਪਣੇ ਕਾਰੋਬਾਰ ਚੱਲ ਸਕਦੇ ਨੇ, ਮੰਤਰੀ ਜਾਂ ਸਾਬਕਾ ਮੰਤਰੀ ਸਾਰਿਆਂ ਦੀ ਗੱਲ ਆ ਗਈ, ਤੇ ਪੰਜਾਬ 'ਚ ਸਬਜ਼ੀਆਂ ਦਾ ਕਾਰੋਬਾਰ, ਪੰਜਾਬ 'ਚ ਕਣਕ ਝੋਨੇ ਦਾ ਕਾਰੋਬਾਰ, ਮਿਲਕ ਪਲਾਂਟ ਔਰ ਵੇਰਕਾ ਦੀ ਤਰ੍ਹਾਂ ਸਰਕਾਰ ਕਿਉਂ ਨਹੀਂ ਕਰ ਸਕਦੀ? ਸਿੱਧੂ ਉਹੀ ਕਹਿੰਦਾ ਵੀ ਇਸ ਪਾਸੇ ਸੋਚਣਾ ਪੈਣਾ ਹੈ। ਅਸਲ ਜ਼ਰੂਰਤ ਇਹੀ ਹੈ, ਜਿਸ ਦਿਨ ਅਸੀਂ ਇਹ ਸੋਚ ਲਾਂਗੇ ਉਸ ਦਿਨ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ। ਹੈ ਗਗਨ? ਨਿਚੋੜ ਆਹੀ ਸੀ। ਸਿੱਧੂ ਨੇ ਇਸ ਰੂਪ 'ਚ ਕਿਸਾਨ ਅੰਦੋਲਨ 'ਚ ਆਪਣੀ ਸ਼ਮੂਲੀਅਤ ਕੀਤੀ ਹੈ। ਉਹ ਲਗਾਤਾਰ ਕਿਸਾਨਾਂ 'ਚ ਵੀ ਜਾ ਰਿਹਾ, ਇਹੀ ਗੱਲ ਕਰ ਰਿਹਾ। ਰਾਹੁਲ ਗਾਂਧੀ ਦੇ ਬੈਠੇ ਤੋਂ ਹੀ ਮੋਗੇ ਵਾਲੀ ਮੰਡੀ 'ਚ ਉਹਨੇ ਕਹਿਤਾ ਸੀ ਵੀ ਜਦ ਤੱਕ ਆਪਾਂ ਆਪਣੇ ਕਾਨੂੰਨ ਨਹੀਂ ਬਣਾਉਂਦੇ ਮਸਲੇ ਦਾ ਹੱਲ ਨਹੀਂ ਹੋਣਾ। ਗੱਲ ਉੱਥੇ ਅੜੀ ਪਈ ਹੈ ਦੇਖੋ। ਸੋ ਭਾਵੇਂ ਆਪਾਂ ਬਹੁਤੇ ਲੋਕ ਇਹ ਸੋਚਦੇ ਹੋਣਗੇ ਵੀ ਸ਼ਾਇਦ ਸਿੱਧੂ ਚੁੱਪ ਹੈ, ਸਿੱਧੂ ਉੱਥੇ ਜਾਵੇ, ਉਸਾਰੂ ਭੂਮਿਕਾ ਅਦਾ ਕਰਨ ਦੀ ਲੋੜ ਹੈ ਸਾਰਿਆਂ ਨੂੰ। ਸੁਖਬੀਰ ਬਾਦਲ ਹੋ ਗਿਆ, ਹਰਸਿਮਰਤ ਬਾਦਲ ਹੋ ਗਿਆ, ਪੰਜਾਬ 'ਚ ਲਿਪ ਵਾਲੇ ਖਹਿਰਾ ਸਾਹਿਬ ਹੋ ਗਏ, ਟਕਸਾਲੀ ਹੋ ਗਏ, ਢੀਂਡਸਾ ਸਾਹਿਬ ਹੋ ਗਏ, ਕੈਪਟਨ ਅਮਰਿੰਦਰ ਸਰਬਦਲੀ ਬੈਠਕ ਬੁਲਾਉਣ ਕਿ ਅਸੀਂ ਸਹਿਕਾਰਤਾ ਦੀ ਤਰ੍ਹਾਂ ਕਣਕ ਝੋਨਾ ਤੇ ਸਬਜ਼ੀਆਂ ਦਾ ਕਾਰੋਬਾਰ ਕਰਾਂਗੇ। ਹਾਂਜੀ, ਔਰ ਪੰਜਾਬ 'ਚ ਚੁੰਗੀ ਬੰਦ ਹੈ। ਪੰਜਾਬ 'ਚ ਬਾਹਰੋਂ ਜਿਹੜਾ ਵੀ ਸਾਨੂੰ ਇਹੋ ਜਿਹਾ ਸਮਾਨ ਆਉਂਦਾ, ਪੰਜਾਬ ਦੇ ਬਾਹਰੋਂ ਜਿਹੜਾ ਆਉਂਦਾ ਉਹਦੇ ਤੇ ਚੁੰਗੀ ਲਾਓ, ਤੇ ਜਿਹੜਾ ਪੰਜਾਬ 'ਚੋਂ ਬਾਹਰ ਜਾਂਦਾ ਹੈ ਉਹਦੇ ਤੇ ਰਿਆਇਤ ਦਿਓ, ਟੋਲ ਟੈਕਸ ਮਾਫ ਕਰੋ। ਅੱਜ ਜਿਵੇਂ ਦੱਸਿਆ ਸੀ, ਆਪਣੇ 85 ਸਾਲੇ ਬਜ਼ੁਰਗ ਸੀ, ਉਹ 85 ਸਾਲ ਦੇ ਜਿਨ੍ਹਾਂ ਦੀ ਆਪਾਂ ਕੱਲ੍ਹ ਗੱਲ ਦਿਖਾਈ ਸੀ, ਕਹਿੰਦੇ ਆਲੂ ਦਾ ਟਰੱਕ ਦਿੱਲੀ ਲੈ ਕੇ ਜਾਣਾ ਹੋਵੇ ਨਾ ਵੇਚਣ ਲਈ 1000 ਰੁਪਏ ਦੇ ਤਾਂ ਟੋਲ ਲੱਗ ਜਾਂਦੇ ਨੇ। ਲੋਕ ਕੀ ਕਮਾਊਗਾ ਜੀ ਕਿਸਾਨ? ਇਸ ਪਾਸੇ ਸੋਚਣਾ ਪੈਣਾ ਹੈ ਕਿ ਸਰਕਾਰ ਕਿਵੇਂ ਮਦਦ ਕਰੇ ਤਾਂ ਕਿ ਅਸੀਂ ਖੇਤੀ ਡਿਵੈਲਪ ਕਰ ਲਈਏ। ਸੋ ਇਹੀ ਸਿੱਧੂ ਦੇ ਟਵੀਟ ਨੇ। ਗੱਲ ਇਕੱਲੇ ਸਿੱਧੂ ਦੀ ਨਹੀਂ, ਸਾਡੇ ਮਾਹਰ ਸਾਇੰਟਿਸਟ, ਵਿਗਿਆਨਿਕ, ਲਗਾਤਾਰ ਖੇਤੀਬਾੜੀ ਦਾ ਕੰਮ ਕਰਨ ਵਾਲੇ। ਗਗਨ, ਮੈਂ ਖੇਤੀ ਦੀ ਰਿਪੋਰਟਿੰਗ ਬਹੁਤ ਕੀਤੀ ਹੈ। ਮੈਂ 2001, 2, 3 ਤੋਂ ਜਦੋਂ ਦੇ ਅਬਦੁਲ ਕਲਾਮ ਖੇਤੀਬਾੜੀ ਯੂਨੀਵਰਸਿਟੀ ਆਏ ਸੀ, ਉਹਦੇ ਤੋਂ ਵੀ ਕਈ ਸਾਲ ਪਹਿਲਾਂ ਤੋਂ ਮੈਂ ਖੇਤੀਬਾੜੀ ਨਾਲ ਸੰਬੰਧਿਤ ਬੜੀ ਰਿਪੋਰਟਿੰਗ ਕੀਤੀ ਹੈ ਵੱਖ-ਵੱਖ ਅਖਬਾਰਾਂ 'ਚ, ਟੈਲੀਵਿਜ਼ਨਾਂ 'ਚ। ਹੈ ਗਗਨ, ਤੁਹਾਡੀ ਜਾਣਕਾਰੀ ਲਈ ਦੱਸ ਰਿਹਾ। ਸੋ ਇਸ ਕਰਕੇ ਮੈਂ ਪੰਜਾਬ ਦੇ ਖੂਹਾਂ ਦਾ ਡਿੱਗਦਾ ਪਾਣੀ ਅੱਖਾਂ ਨਾਲ ਦੇਖਿਆ, ਔਰ ਮੇਰੇ ਕੋਲੇ ਪੰਜਾਬ ਦੀਆਂ ਖੇਤੀਬਾੜੀ ਦੀਆਂ ਹਜ਼ਾਰਾਂ ਵੀਡੀਓ ਰਿਕਾਰਡਡ ਨੇ ਗਗਨ, ਕਿ ਕਿਵੇਂ ਪੰਜਾਬ ਦੇ ਖੂਹ ਸੁੱਕੇ ਪਏ ਨੇ, ਕਿਵੇਂ ਸੂਰਜਮੁਖੀ ਬਰਬਾਦ ਹੁੰਦੇ, ਕਿਵੇਂ ਸਾਡੇ ਪੰਜਾਬ 'ਚ ਕੇਲੇ ਦੀ ਖੇਤੀ ਖਤਮ ਹੋਈ ਹੌਲੀ ਹੌਲੀ, ਕਿੰਨੂ ਕਿਵੇਂ ਸਾਡੇ ਹੌਲੀ ਹੌਲੀ ਨੁਕਸਾਨੇ ਜਾ ਰਹੇ ਨੇ, ਸਾਡੇ ਬਾਗ ਪੰਜਾਬ ਦੇ ਕਿਵੇਂ ਘਟੀ ਜਾਂਦੇ ਨੇ, ਉਹਨਾਂ ਦਾ ਉਤਪਾਦਨ ਕਿਵੇਂ ਘਟੀ ਜਾਂਦਾ ਹੈ, ਸੂਰਜਮੁਖੀ ਦੀ ਖੇਤੀ ਕਿਵੇਂ ਪੜਾਵਾਰ ਹੋਈ। ਸਾਰੀਆਂ ਮੇਰੇ ਕੋਲੇ ਵੀਡੀਓ ਲਾਇਬ੍ਰੇਰੀ ਇੱਕ ਪਈ ਆ ਪੂਰੀ। ਉਹ ਟੇਪਾਂ ਨੇ ਅੱਜ ਕੱਲ੍ਹ, ਨਹੀਂ ਤਾਂ ਉਹ ਆਪਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੰਦੇ। ਕਿਸੇ ਸਮੇਂ ਜ਼ਰੂਰ ਕਰਾਂਗੇ ਉਹਦੇ 'ਤੇ ਕੋਸ਼ਿਸ਼ ਕਰਕੇ। ਬਹੁਤ ਲੰਮਾ ਸਮਾਂ ਮੈਂ ਰਿਪੋਰਟਿੰਗ ਕੀਤੀ ਖੇਤੀਬਾੜੀ ਦੀ, ਇਸ ਕਰਕੇ ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਾਰਿਆਂ ਦੇ ਲਈ ਸਮਝਣਾ ਬਹੁਤ ਜ਼ਰੂਰੀ ਹੈ। ਤੇ ਇੱਕ ਅਪੀਲ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਵੀ ਕਰਾਂਗੇ, ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨਾਂ ਤੋਂ ਚਰਚਾ ਦੇ ਵਿੱਚ ਨੇ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਵੱਡਾ ਸਿਆਸੀ ਗੱਠਜੋੜ ਖੜਾ ਕਰਨ ਜਾ ਰਹੇ ਨੇ। ਮੈਨੂੰ ਲੱਗਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦਾ ਤਜਰਬਾ ਬਹੁਤ ਹੈ ਤੇ ਉਹਨਾਂ ਦੀ ਇੱਜ਼ਤ ਵੀ ਪੰਜਾਬ ਅਤੇ ਪੂਰੇ ਭਾਰਤ ਦਾ ਹਰ ਸਿਆਸਤਦਾਨ ਕਰਦਾ ਹੈ। ਜੇਕਰ ਪੰਜਾਬ ਦੀ ਸਰਬ ਪਾਰਟੀ ਮੀਟਿੰਗ ਪ੍ਰਕਾਸ਼ ਸਿੰਘ ਬਾਦਲ ਹੀ ਸੱਦ ਲੈਣ ਤਾਂ ਪੰਜਾਬ ਦੇ ਭਲੇ ਦੀ ਗੱਲ ਜੇ ਉਸ ਮੀਟਿੰਗ ਦੇ ਵਿੱਚ ਹੋਵੇ ਤਾਂ ਕੋਈ ਵੀ ਉਹਨਾਂ ਦੀ ਗੱਲ ਨੂੰ ਮਨਾ ਨਹੀਂ ਕਰੇਗਾ। ਸੋ ਉਮੀਦ ਕਰਾਂਗੇ ਕਿ ਪੰਜਾਬ ਦੇ ਵਿੱਚ ਵੀ ਕੋਈ ਸਿਆਸੀ ਗੱਠਜੋੜ ਅਜਿਹਾ ਹੋਵੇ ਜੋ ਪੰਜਾਬ ਦੇ ਅਗਲੇ ਰਣਨੀਤੀਆਂ ਦੇ ਲਈ ਪੰਜਾਬ ਦਾ ਸਾਥ ਦੇਵੇ ਅਤੇ ਪੰਜਾਬ ਨੂੰ ਪੈਰਾਂ ਦੇ ਉੱਤੇ ਖੜਾ ਕਰ ਸਕੇ। ਸੋ ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਡਾਲਾ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।